ਆਪਾਂ ਗੱਲ ਕਰਾਂਗੇ ਜੀ ਕਿ ਹਾਊ ਟੂ ਕੰਟਰੋਲ 5 ਵਾਈਸਸ। ਸੋ 5 ਵਿਕਾਰਾਂ ਤੇ ਕਿੱਦਾਂ ਕਾਬੂ ਕਰੀਏ ਆਪਾਂ। ਮੇਰੀ ਕੋਸ਼ਿਸ਼ ਹੋਏਗੀ ਕਿ ਸੈਸ਼ਨ ਸਾਰਾ ਜਿਹੜਾ ਪੰਜਾਬੀ ਦੇ ਵਿੱਚ ਹੋਏਗਾ, ਕਈ ਵਰਡਸ ਜਿਹੜੇ ਨੇ ਉਹ ਇੰਗਲਿਸ਼ ਦੇ ਵਿੱਚ ਮੈਂ ਯੂਜ਼ ਕਰਾਂ, ਪਰ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ, ਤੁਹਾਡਾ ਕੋਈ ਕੁਐਸਚਨ ਹੈ, ਤੁਸੀਂ ਪੁੱਛ ਸਕਦੇ ਹੋ। ਐਂਡ ਵਾਸਤੇ ਵੀ ਆਪਾਂ ਸੇਵ ਕਰ ਸਕਦੇ ਹਾਂ। ਸੋ ਏਜੰਡਾ ਜੀ, ਆਪਾਂ ਅੱਜ ਕੀ ਗੱਲ ਕਰਾਂਗੇ ਕਿ 5 ਵਿਕਾਰ ਹੈਗੇ ਕਿਹੜੇ ਨੇ। ਸੋ 5 ਵਿਕਾਰ ਨੇ ਜੀ: ਗੁੱਸਾ, ਲੋਭ, ਹੰਕਾਰ, ਮੋਹ ਤੇ ਕਾਮ। ਆਪਾਂ ਹਰ ਇੱਕ ਦੇ ਵਿੱਚ ਹਰ ਇੱਕ ਵਿਕਾਰ ਦੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਐਂਡ ਤੇ ਆਪਾਂ ਕਨਕਲੂਡ ਕਰਾਂਗੇ ਤੇ ਫਿਰ ਸਰਵੇ ਦਾ ਲਿੰਕ ਜਿਹੜਾ ਮੈਂ ਚੈਟ ਦੇ ਵਿੱਚ ਪਾ ਦਾਂਗੀ ਤੇ ਫਿਰ ਆਪਾਂ ਡਿਸਕਸ਼ਨ ਕਰਾਂਗੇ ਜੀ ਕਿ ਜੀ ਸੋ 5 ਵਿਕਾਰ ਕਿਹੜੇ ਨੇ। ਆਪਾਂ ਇਹਨਾਂ ਬਾਰੇ ਹੁਣੇ ਗੱਲ ਕੀਤੀ। ਗੁਰਬਾਣੀ ਦੇ ਵਿੱਚ ਆਂਦਾ ਹੈ ਜੀ, ਪੰਜ ਮਨਾਏ ਪੰਜ ਰਸਾਏ। ਬੇਸਿਕਲੀ ਗੁਰੂ ਸਾਹਿਬ ਕਹਿ ਰਹੇ ਨੇ ਕਿ 5 ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਨੂੰ ਮਨਾ ਕੇ ਰੱਖਣਾ ਚਾਹੀਦਾ ਕਿ ਉਹ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ, ਤੇ 5 ਨੇ ਜਿਹੜੀਆਂ ਸਾਨੂੰ ਰਸਾ ਕੇ ਰੱਖਣੀਆਂ ਚਾਹੀਦੀਆਂ ਨੇ ਕਿ ਉਹ ਸਾਡੇ ਉੱਤੇ ਜ਼ਿਆਦਾ ਹਾਵੀ ਨਾ ਹੋਣ ਤੇ ਉਹ ਸਾਡੇ ਉੱਤੇ ਕੰਟਰੋਲ ਨਾ ਕਰਨ। ਅੱਜ ਦੇ ਸੈਸ਼ਨ ਵਾਸਤੇ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੀਆਂ 5 ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਰਸਾ ਕੇ ਰੱਖਣਾ ਹੈ ਕਿ ਜਿਹੜੀਆਂ ਸਾਡੇ ਤੇ ਹਾਵੀ ਨਾ ਹੋਣ। ਤੇ ਉਹ ਹੈਗੀਆਂ ਨੇ ਜੀ ਗੁੱਸਾ, ਲੋਭ, ਹੰਕਾਰ, ਮੋਹ ਤੇ ਕਾਮ। ਹੁਣ ਇਹ ਸਾਰੀਆਂ ਨੇ ਜਿਹੜੀਆਂ ਇਹ ਨਾਰਮਲ ਹਿਊਮਨ ਇਮੋਸ਼ਨਸ ਨੇ, ਫੀਲਿੰਗਸ ਨੇ, ਜਿਹੜੀਆਂ ਖਤਮ ਨਹੀਂ ਹੋਣੀਆਂ, ਇਹ ਹਮੇਸ਼ਾ ਰਹਿਣੀਆਂ ਨੇ ਸਾਡੇ ਦੇ ਵਿੱਚ। ਸੋ ਜੇ ਆਪਾਂ ਇਹ ਸੋਚੀਏ ਕਿ ਕੋਈ ਤਰੀਕਾ ਮਿਲ ਜਾਵੇ ਕਿ ਆਪਾਂ ਇਹਨਾਂ ਤੋਂ ਬਿਲਕੁਲ ਹੀ ਮੁਕਤ ਹੋ ਜਾਈਏ, ਤੇ ਇਹ ਪੋਸੀਬਲ ਨਹੀਂ ਹੈਗਾ, ਕਿਉਂਕਿ ਇਹ ਲਾਈਫ ਦੇ ਪਾਰਟ ਨੇ। ਹਿਊਮਨ ਇਮੋਸ਼ਨਸ ਤੇ ਫੀਲਿੰਗਸ ਨੂੰ ਆਪਾਂ ਬਿਲਕੁਲ ਖਤਮ ਨਹੀਂ ਕਰ ਸਕਦੇ ਹੁੰਦੇ, ਪਰ ਹਾਂ ਆਪਾਂ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ। ਤੇ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ ਕਿ ਆਪਾਂ ਇਹਨਾਂ ਨੂੰ ਕਾਬੂ ਕਿੱਦਾਂ ਕਰਨਾ ਹੈ, ਕਿਉਂਕਿ ਜੇ ਇਹ ਬੇਕਾਬੂ ਹੋ ਜਾਣ, ਜੇ ਆਪਾਂ ਇਹਨਾਂ ਨੂੰ ਕਾਬੂ ਨਹੀਂ ਕਰਾਂਗੇ ਤੇ ਇਹ ਸਾਨੂੰ ਕਾਬੂ ਕਰ ਲੈਣਗੇ। ਤੇ ਜਦੋਂ ਇਹ ਸਾਨੂੰ ਕਾਬੂ ਕਰ ਲੈਂਦੇ ਨੇ ਤੇ ਫਿਰ ਇਹ ਬਹੁਤ ਖਤਰਨਾਕ ਹੋ ਜਾਂਦੇ ਨੇ, ਕਿਉਂਕਿ ਫਿਰ ਆਪਾਂ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਇਹ ਬੇਕਾਬੂ ਹੋ ਜਾਂਦੇ ਨੇ। ਸੋ ਆਪਾਂ ਇਹ ਸਮਝਣਾ ਇਸ ਸੈਸ਼ਨ ਦੇ ਵਿੱਚ ਕਿ ਆਪਾਂ ਇਹਨਾਂ ਨੂੰ ਕਿੱਦਾਂ ਕਾਬੂ ਕਰ ਸਕਨੇ ਆ, ਤੇ ਹਰ ਗੱਲ ਆਪਾਂ ਗੁਰਬਾਣੀ ਦੇ ਆਧਾਰ ਤੇ ਹੀ ਕਰਾਂਗੇ। ਤੇ ਨਾਲੇ ਇੱਕ ਗੱਲ ਹੋਰ ਕਿ ਇਹਨਾਂ ਨੂੰ ਕਾਬੂ ਕਰਨ ਦਾ ਕੋਈ ਇੱਕ ਟਾਈਮ ਦੀ ਦਵਾਈ ਨਹੀਂ ਹੈਗੀ ਕਿ ਇੱਕ ਵਾਰੀ ਲੈ ਲਈ ਤੇ ਬਸ ਉਹਦੇ ਤੋਂ ਬਾਅਦ ਇਹ ਚੀਜ਼ ਵਾਪਸ ਨਹੀਂ ਆਣੀ। ਜਿੱਦਾਂ ਵੈਕਸੀਨੇਸ਼ਨ ਕਹਿ ਲਓ ਹਨਾ, ਕਿ ਕਹਿਣਗੇ ਕਿ ਇਹ ਵੈਕਸੀਨ ਲਵਾ ਲਓ। ਉਹਨੇ ਕੋਵਿਡ-19 ਹੋਇਆ ਸੀਗਾ ਕਿ ਕੋਵਿਡ ਦੀ ਵੈਕਸੀਨ ਲਵਾ ਲਓ, ਤੁਹਾਨੂੰ ਕੋਵਿਡ ਹੋਣ ਦੇ ਤੁਹਾਡੇ ਚਾਂਸ ਜਿਹੜੇ ਨੇ ਘਟ ਜਾਣਗੇ, ਕੋਵਿਡ ਤੁਹਾਨੂੰ ਹੋਏਗਾ ਹੀ ਨਹੀਂ, ਤੁਸੀਂ ਦੂਜੀ ਲਵਾ ਲਓ ਹਨਾ, ਇਦਾਂ ਕਰਕੇ। ਸੋ ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਕਾਬੂ ਕਰਨ ਵਾਸਤੇ ਕੋਈ ਵਨ ਟਾਈਮ ਰੈਮੇਡੀ ਨਹੀਂ ਹੈਗੀ। ਇਹਨਾਂ ਤੇ ਲਗਾਤਾਰ ਕੰਮ ਕਰਦੇ ਰਹਿਣਾ ਪੈਂਦਾ ਹੈ ਤਾਂ ਕਿ ਇਹ ਬੇਕਾਬੂ ਨਾ ਹੋ ਜਾਣ। ਜਿੱਦਾਂ ਹੀ ਇਹਨਾਂ ਤੇ ਕੰਮ ਕਰਨਾ ਬੰਦ ਕੀਤਾ, ਇਹ ਬੇਕਾਬੂ ਹੋ ਜਾਂਦੇ ਨੇ, ਤੇ ਜਦੋਂ ਇਹ ਬੇਕਾਬੂ ਹੋ ਗਏ ਤੇ ਇਹ ਤੁਹਾਡੇ ਤੇ ਹਾਵੀ ਹੋ ਜਾਣਗੇ, ਤੇ ਜਦੋਂ ਇਹ ਸਾਡੇ ਤੇ ਹਾਵੀ ਹੋ ਗਏ ਫੇਰ ਜ਼ਿੰਦਗੀ ਜਿਹੜੀ ਆ ਬੜੀ ਮੁਸ਼ਕਲਾਂ ਨਾਲ ਭਰ ਜਾਂਦੀ ਹੈ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਨੇ ਆ ਜੀ ਗੁੱਸੇ ਦੀ। ਕ੍ਰੋਧ ਜਿਹੜਾ ਬਹੁਤ ਹੀ ਨਾਰਮਲ ਹਿਊਮਨ ਇਮੋਸ਼ਨ ਹੈ, ਤੇ ਮੈਨੂੰ ਲੱਗਦਾ ਇੱਥੇ ਜਿੰਨੇ ਵੀ ਸੈਸ਼ਨ ਦੇ ਵਿੱਚ ਹੈਗੇ ਨੇ, ਕੋਈ ਵੀ ਇਦਾਂ ਦਾ ਨਹੀਂ ਹੋਵੇਗਾ ਇਨਕਲੂਡਿੰਗ ਮੀ ਜਿਹੜਾ ਕਹਿ ਸਕੇ ਕਿ ਮੈਨੂੰ ਤਾਂ ਕਦੀ ਗੁੱਸਾ ਆਇਆ ਹੀ ਨਹੀਂ, ਮੈਨੂੰ ਤਾਂ ਕ੍ਰੋਧ ਆਂਦਾ ਹੀ ਨਹੀਂ। ਤੇ ਇਹ ਸਮਝੋ ਕਿ ਗੁੱਸਾ ਆਣਾ ਆਮ ਹੈ। ਸੋ ਇਸ ਕਰਕੇ ਆਪਣੇ ਆਪ ਤੇ ਗੁੱਸਾ ਨਾ ਹੋ ਕਿ ਮੈਨੂੰ ਗੁੱਸਾ ਕਿਉਂ ਆਂਦਾ ਹੈ। ਗੁੱਸਾ ਹਰ ਕਿਸੇ ਨੂੰ ਆ ਸਕਦਾ ਹੈ। ਗੱਲ ਇਹ ਹੈ ਕਿ ਆਪਾਂ ਗੁੱਸੇ ਨੂੰ ਸਾਡੇ ਤੇ ਭਾਰੂ ਨਹੀਂ ਹੋਣ ਦੇਣਾ, ਤੇ ਆਪਾਂ ਉਸ ਗੁੱਸੇ ਨੂੰ ਵੱਸ ਦੇ ਵਿੱਚ ਕਰਨਾ, ਕਾਬੂ ਕਰਨਾ। ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਗੁੱਸਾ ਆਇਆ ਕਦੋਂ। ਤੇ ਜਦੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਫਿਰ ਜੋ ਵੀ ਆਪਾਂ ਗੁੱਸੇ ਦੇ ਵਿੱਚ ਕਹਿੰਨੇ ਆ ਜਾਂ ਆਪਾਂ ਗੁੱਸੇ ਦੇ ਵਿੱਚ ਕਰਨੇ ਆ, ਉਹ ਜਿਹੜਾ ਉਹ ਚੀਜ਼ ਸਾਡੇ ਵਾਸਤੇ ਮੁਸ਼ਕਲਾਂ ਖੜੀਆਂ ਕਰ ਦਿੰਦਾ। ਹੁਣ ਗੁਰਬਾਣੀ ਦਾ ਫਰਮਾਨ ਹੈ, ਅੰਤਰ ਕ੍ਰੋਧ ਜੂਐ ਮਤਿ ਹਾਰੀ। ਜਦੋਂ ਅੰਦਰ ਕ੍ਰੋਧ ਭਰ ਜਾਂਦਾ ਨਾ, ਤੇ ਮਤ ਜਿਹੜੀ ਹੈ ਨਾ, ਤੁਸੀਂ ਇਦਾਂ ਸਮਝ ਲਓ ਕਿ ਉਹ ਮਾਰੀ ਜਾਂਦੀ ਆ, ਹਾਰ ਜਾਂਦੀ ਹੈ। ਜਿੱਦਾਂ ਜੂਏ ਦੇ ਵਿੱਚ ਕੋਈ ਹਾਰ ਗਿਆ, ਉਦਾਂ ਮਤ ਜਿਹੜੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਹੈ, ਕੰਮ ਨਹੀਂ ਕਰਦੀ, ਦਿਮਾਗ ਕੰਮ ਨਹੀਂ ਕਰਦਾ। ਗੁੱਸੇ ਨੇ ਸਾਰੇ ਸਰੀਰ ਨੂੰ ਵੱਸ ਦੇ ਵਿੱਚ ਕਰ ਲਿਆ ਹੋਇਆ। ਤੇ ਦੂਜਾ ਇਹ ਹੋ ਜਾਂਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਗੁੱਸਾ ਆ ਜਾਂਦਾ। ਹੁਣ ਕਈ ਮੈਨੂੰ ਕਹਿਣਗੇ ਕਿ ਮੈਮ ਮੈਨੂੰ ਪਤਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਕਦੋਂ ਗੁੱਸਾ ਆ ਗਿਆ, ਤੇ ਬਾਅਦ ਜਦੋਂ ਪਤਾ ਲੱਗਦਾ ਉਦੋਂ ਬਹੁਤ ਦੇਰ ਹੋ ਗਈ ਹੁੰਦੀ ਆ। ਸੋ ਜਦੋਂ ਪਤਾ ਹੀ ਨਹੀਂ ਲੱਗਦਾ ਨਾ, ਤੇ ਫਿਰ ਨੁਕਸਾਨ ਵੱਧ ਹੋ ਜਾਂਦਾ। ਆਪਣਾ ਤਾਂ ਹੁੰਦਾ ਹੀ ਹੈ, ਆਪਣਾ ਪੀਸ ਆਫ ਮਾਈਂਡ ਖਰਾਬ ਹੋਇਆ, ਪਰ ਜਿਹੜੇ ਸਾਡੇ ਆਲੇ ਦੁਆਲੇ ਲੋਕ ਨੇ ਜਿਨ੍ਹਾਂ ਤੇ ਉਹ ਗੁੱਸਾ ਕੱਢਿਆ, ਉਹ ਵੀ ਹਰਟ ਹੋਏ। ਸੋ ਆਪ ਵੀ ਹਰਟ ਹੋਏ, ਦੂਜਿਆਂ ਨੂੰ ਵੀ ਹਰਟ ਕੀਤਾ, ਰਿਸ਼ਤੇ ਵੀ ਖਰਾਬ ਕੀਤੇ। ਸੋ ਐਸੀ ਚੀਜ਼ ਦਾ ਕੀ ਫਾਇਦਾ ਜਿਹੜਾ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰੇ। ਸੋ ਉਸ ਗੁੱਸੇ ਤੇ ਆਪਾਂ ਕਾਬੂ ਪਾਣਾ। ਹੁਣ ਗੁਰਬਾਣੀ ਦਾ ਫਰਮਾਨ ਹੈ, ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਕਿ ਜਦੋਂ ਅੰਦਰ ਕਾਮ ਕ੍ਰੋਧ ਤੇ ਅਹੰਕਾਰ ਫਸੇ ਪਏ ਨੇ, ਤੇ ਜਿਹੜੇ ਮਨ ਦੇ ਪਿੱਛੇ ਲੱਗੇ ਮਨੁੱਖ ਨੇ, ਮਨਮੁਖ ਨੇ, ਉਹਨਾਂ ਦੇ ਬੋਲ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਹਿ ਜਾਂਦੇ ਨੇ। ਸੋ ਗੁਰਬਾਣੀ ਇਸ ਗੱਲ ਨੂੰ
ਸਪੋਰਟ ਕਰ ਰਹੀ ਹੈ, ਸਮਝ ਰਹੀ ਹੈ ਕਿ ਮਨਮੁਖ ਜਿਹੜਾ ਮਨ ਦੇ ਪਿੱਛੇ ਲੱਗਾ ਉਹਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਣਾ ਕਿ ਬੋਲ ਕਿਹੜੇ ਬੋਲਤੇ, ਕਿਉਂਕਿ ਅੰਦਰ ਤਾਂ ਕ੍ਰੋਧ ਦੇ ਨਾਲ ਭਰਿਆ ਪਿਆ। ਹੁਣ ਗੱਲ ਕਰੀਏ ਕਿ ਫਿਰ ਇਹਨੂੰ ਗੁੱਸੇ ਨੂੰ ਹੁਣ ਹੈਗਾ ਜਾਣਾ ਕਿਤੇ ਨਹੀਂ, ਤੇ ਹੈਗੀ ਵੀ ਨਾਰਮਲ ਹਿਊਮਨ ਇਮੋਸ਼ਨ ਹੈ, ਪਾਰਟ ਆਫ ਲਾਈਫ ਹੈ, ਤੇ ਇਹਨੂੰ ਕਾਬੂ ਦੇ ਵਿੱਚ ਕਿੱਦਾਂ ਕਰੀਏ, ਇਹਨੂੰ ਕੰਟਰੋਲ ਕਿੱਦਾਂ ਕਰੀਏ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਕੁਝ ਨਾ अर्ਲੀ ਵਾਰਨਿੰਗ ਫਿਜ਼ੀਕਲ ਬਿਹੇਵੀਅਰਸ ਹੁੰਦੇ ਨੇ ਬਾਡੀ ਦੇ ਵਿੱਚ, ਕਿ ਸਾਡੇ ਸਰੀਰ ਜਿਹੜਾ ਨਾ ਮਨ ਤੋਂ ਪਹਿਲਾਂ, ਜ਼ੁਬਾਨ ਤੋਂ ਪਹਿਲਾਂ ਸਾਡਾ ਸਰੀਰ ਹੌਲੀ ਹੌਲੀ ਰਿਐਕਟ ਕਰਨ ਲੱਗ ਪੈਂਦਾ। ਜੇ ਕੋਈ ਇਹ ਕਵੇ ਨਾ ਕਿ ਮੈਨੂੰ ਇੱਕਦਮ ਹੀ ਗੁੱਸਾ ਆ ਗਿਆ, ਨਹੀਂ, ਗੁੱਸਾ ਇੱਕਦਮ ਨਹੀਂ ਆਉਂਦਾ ਹੁੰਦਾ। ਪਹਿਲਾਂ ਟ੍ਰਿਗਰਸ ਹੁੰਦੇ ਨੇ, ਉਹ ਟ੍ਰਿਗਰਸ ਜਿਹੜੇ ਨੇ ਉਹ ਬਾਡੀ ਤੇ ਕੰਮ ਕਰਦੇ ਨੇ, ਫਿਜ਼ੀਕਲੀ ਸਾਡੀ ਬਾਡੀ ਉਹਨਾਂ ਟ੍ਰਿਗਰਸ ਨੂੰ ਰਿਐਕਟ ਕਰਨਾ ਸ਼ੁਰੂ ਕਰ ਦਿੰਦੀ ਆ। ਇਹ ਕ੍ਰਿਟੀਕਲ ਟਾਈਮ ਹੈ ਜਦੋਂ ਆਪਾਂ ਪਛਾਣਨਾ ਹੈ ਕਿ ਉਹ ਵਾਰਨਿੰਗ ਸਾਈਨਸ ਕੀ ਨੇ। ਹੁਣ ਕੁਝ ਕਦੀ ਮੈਂ ਐਗਜ਼ਾਮਪਲ ਦਿੰਨੀ ਆ, ਰਿਸਰਚ ਬੇਸਡ ਆ, ਕਿ ਢਿੱਡ ਜਾਂ ਸਿਰ ਦੇ ਵਿੱਚ ਨਾ ਬਹੁਤ ਹੀ ਅਨਕੰਫਰਟੇਬਲ ਫੀਲਿੰਗ ਹੋਣ ਲੱਗ ਪੈਂਦੀ ਹੈ, ਕਿਸੇ ਦਾ ਢਿੱਡ ਦੁਖਣ ਲੱਗ ਪਏਗਾ, ਜਾਂ ਕਿਸੇ ਦਾ ਸਿਰ ਜਿਹੜਾ ਹੈ ਉਹ ਪੀੜ ਹੋਣ ਲੱਗ ਪੈਂਦਾ, ਛਾਤੀ ਜਿਹੜੀ ਹੈ ਬਹੁਤ ਕੱਸੀ ਕੱਸੀ ਜਿਹੀ ਮਹਿਸੂਸ ਹੁੰਦੀ ਹੈ ਨਾ, ਇਦਾਂ ਲੱਗਦਾ ਕਿ ਮਤਲਬ ਜਿੱਦਾਂ ਭਰੇ ਪਏ ਆ ਆਪਾਂ, ਤੇ ਦਿਲ ਦੀ ਧੜਕਨ ਬਹੁਤ ਵੱਧ ਜਾਂਦੀ ਹੈ, ਪੈਰ ਹੱਥ ਕੰਬਣ ਲੱਗ ਪੈਣਗੇ, ਜਾਂ ਇੱਕਦਮ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ, ਇਦਾਂ ਲੱਗਦਾ ਹੈ ਕਿ ਜਿੱਦਾਂ ਜਾਨ ਹੀ ਨਹੀਂ ਹੈਗੀ ਸਰੀਰ ਦੇ ਵਿੱਚ। ਇਹ ਜਿਹੜੇ ਸਿੰਪਟਮਸ ਨੇ ਨਾ, ਇਹ ਬਹੁਤ ਹੀ ਸ਼ਾਰਟ ਟਾਈਮ ਵਾਸਤੇ ਆਉਂਦੇ ਨੇ, ਬਹੁਤ ਥੋੜੀ ਦੇਰ ਵਾਸਤੇ ਆਉਂਦੇ ਨੇ। ਸੋ ਇਹਨਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਉਸ ਸ਼ਾਰਟ ਵਿੰਡੋ ਦੇ ਵਿੱਚ ਇਹਨਾਂ ਨੂੰ ਨਹੀਂ ਪਛਾਣਿਆ ਤੇ ਇਹਦਾ ਮਤਲਬ ਬਾਡੀ ਜਿਹੜੀ ਹੈ ਨਾ, ਹੁਣ ਉਹ ਵਾਰਨਿੰਗ ਬਿਹੇਵੀਅਰਸ ਤੋਂ ਉੱਤੇ ਜਾ ਕੇ ਹੁਣ ਇਹਨੇ ਸਿੱਧਾ ਰਿਐਕਟ ਕਰਨਾ ਹੈ। ਪਰ ਜੇ ਆਪਾਂ ਉਸ ਵਿੰਡੋ ਦੇ ਵਿੱਚ ਇਹਨਾਂ ਸਾਈਨਸ ਨੂੰ, ਇਹਨਾਂ ਸਿੰਪਟਮਸ ਨੂੰ ਆਪਾਂ ਪਛਾਣ ਲਵਾਂਗੇ, ਤੇ ਫਿਰ ਉਸੇ ਵੇਲੇ ਆਪਣੇ ਆਪ ਨੂੰ ਰੋਕਣਾ ਜ਼ਰੂਰੀ। ਪਤਾ ਲੱਗ ਗਿਆ, ਫॉर एग्जाम्पल ਮੇਰੇ ਨਾਲ ਹੁੰਦਾ ਕਿ ਜੇ ਗੁੱਸਾ ਆ ਰਿਹਾ ਤੇ ਇੱਕਦਮ ਹੱਥ ਜਿਹੜੇ ਨੇ ਜਾਂ ਪੈਰ ਜਿਹੜੇ ਨੇ ਉਹ ਕੰਬਣ ਲੱਗ ਪੈਂਦੇ ਨੇ, ਤੇ ਜਦੋਂ ਇਹ ਚੀਜ਼ ਹੋ ਰਹੀ ਹੈ ਤੇ ਪਤਾ ਲੱਗਣ ਲੱਗ ਪਿਆ ਕਿ ਗੁੱਸਾ ਆ ਰਿਹਾ, ਹੁਣ ਗੁੱਸੇ ਦੇ ਵਿੱਚ ਰਿਐਕਟ ਨਹੀਂ ਕਰਨਾ, ਇੱਕਦਮ ਚੁੱਪ ਕਰ ਜਾਣਾ। ਚੁੱਪ ਕਿਉਂ ਕਰਨਾ ਹੈ ਜੀ? ਚੁੱਪ ਇਸ ਕਰਕੇ ਕਰਨਾ ਹੈ ਕਿਉਂਕਿ ਆਪਾਂ ਸਮਝਣਾ ਹੈ ਕਿ ਹੁਣ ਇਹ ਗੁੱਸਾ ਜਿਹੜਾ ਨਾ, ਇਹ ਵਿਕਾਰ ਜਿਹੜਾ ਇਹ ਮੇਰੇ ਤੇ ਭਾਰੂ ਹੋਣ ਲੱਗਾ, ਤੇ ਇਹਨੂੰ ਰੋਕਣਾ ਹੈ, ਕਿਉਂਕਿ ਜੇ ਇਹਨੂੰ ਰੋਕਿਆ ਨਾ ਤੇ ਇਹਨੇ ਬੇਕਾਬੂ ਹੋ ਜਾਣਾ। ਸੋ ਉਹ ਚੁੱਪ ਰਹਿ ਕੇ ਆਪਾਂ ਆਪਣੇ ਆਪ ਨੂੰ ਉਹ ਸਮਾਂ ਦੇਣਾ, ਤਾਂ ਕਿ ਆਪਾਂ ਅਹਿਸਾਸ ਕਰ ਸਕੀਏ ਕਿ ਅੰਦਰ ਗੁੱਸਾ ਭਰ ਰਿਹਾ ਤੇ ਇਸ ਗੁੱਸੇ ਨੂੰ ਹੁਣ ਕਾਬੂ ਦੇ ਵਿੱਚ ਕਰਨਾ। ਤੇ ਗੁਰਬਾਣੀ ਇਸ ਬਾਰੇ ਕਹਿੰਦੀ ਹੈ ਕਿ ਮਨ ਕਾ ਕ੍ਰੋਧ ਨਿਵਾਰ ਪੰਡਿਤ, ਕਿ ਕ੍ਰੋਧ ਜਿਹੜਾ ਮਨ ਦੇ ਵਿੱਚ ਭਰਿਆ ਪਿਆ ਨਾ, ਉਹਨੂੰ ਖਤਮ ਕਰ, ਉਹਨੂੰ ਖਤਮ ਕਰਨਾ ਹੈ ਜੀ। ਸੋ ਗੁੱਸਾ ਆ ਗਿਆ, ਹੁਣ ਇੱਕ ਤਾਂ ਇਦਾਂ ਹੁੰਦਾ ਨਾ ਕਿ ਗੁੱਸਾ ਆਇਆ ਕਿਸੇ ਸਿਚੁਏਸ਼ਨ ਤੋਂ, ਤੇ ਉਹ ਸਿਚੁਏਸ਼ਨ ਤੋਂ ਤੁਸੀਂ ਪਾਸੇ ਹਟ ਜਾਓ, ਤੁਸੀਂ ਉੱਥੋਂ ਨਿਕਲ ਜਾਓ, ਤੁਸੀਂ ਉਹ ਜਗ੍ਹਾ ਛੱਡ ਦਿਓ ਜਿੱਥੇ ਤੁਹਾਨੂੰ ਗੁੱਸਾ ਆ ਰਿਹਾ। ਪਰ ਕਈ ਵਾਰੀ ਲਾਈਫ ਦੇ ਵਿੱਚ ਸਿਚੁਏਸ਼ਨ ਇਦਾਂ ਦੀ ਹੁੰਦੀ ਹੈ ਕਿ ਸਾਨੂੰ ਕਿਸੇ ਚੀਜ਼ ਤੇ, ਕਿਸੇ ਇਨਸਾਨ ਤੇ, ਕਿਸੇ ਗੱਲ ਤੇ ਗੁੱਸਾ ਆ ਰਿਹਾ, ਪਰ ਆਪਾਂ ਉੱਥੋਂ ਉੱਠ ਕੇ ਜਾ ਨਹੀਂ ਸਕਦੇ ਹੁੰਦੇ ਨਾ। ਸੋ ਉਸ ਵੇਲੇ ਬਸ ਚੁੱਪ ਰਹਿਣਾ ਹੁੰਦਾ। ਕਿਸੇ ਚੀਜ਼ ਤੇ ਗੁੱਸਾ ਆ ਰਿਹਾ ਪਰ ਤੁਸੀਂ ਚੁੱਪ ਰਹੋ। ਚੁੱਪ ਰਹਿ ਕੇ ਹੁਣ ਗੁੱਸੇ ਨੂੰ ਕਾਬੂ ਕਿੱਦਾਂ ਕਰਨਾ ਹੈ? ਆਪਣੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਕਿ ਆਪਾਂ ਕਿਸੇ ਵੀ ਵਿਕਾਰ ਨੂੰ ਕਾਬੂ ਕਰ ਲਈਏ, ਤੇ ਗੁੱਸਾ ਵੀ ਵਿੱਚ ਹੀ ਆਉਂਦਾ। ਕ੍ਰੋਧ ਤੇ ਆਪਾਂ ਆਪ ਕਾਬੂ ਨਹੀਂ ਕਰ ਸਕਦੇ। ਸੋ ਕ੍ਰੋਧ ਤੇ ਕੌਣ ਕਾਬੂ ਕਰ ਸਕਦਾ ਹੈ ਜੀ? ਗੁਰਬਾਣੀ, ਗੁਰੂ ਦਾ ਸ਼ਬਦ। ਹਉਮੈ ਕ੍ਰੋਧ ਸ਼ਬਦ ਨਿਵਾਰੈ। ਸੋ ਉਹਦਾ ਨਿਵਾਰ ਕੀ ਹੈ? ਉਹਦੀ ਦਵਾਈ ਕੀ ਹੈ? ਗੁੱਸੇ ਦੀ ਸ਼ਬਦ। ਗੁੱਸਾ ਆਇਆ, ਸਮਝ ਆ ਗਈ ਕਿ ਗੁੱਸਾ ਆ ਰਿਹਾ, ਚੁੱਪ ਕਰ ਗਏ। ਹੁਣ ਚੁੱਪ ਕਰਕੇ ਕੀ ਕਰਨਾ? ਚੁੱਪ ਕਰਕੇ ਕੁਝ ਨਹੀਂ ਹੋਣਾ, ਸਿਰਫ ਚੁੱਪ ਕਰਨ ਨਾਲ ਕੁਝ ਨਹੀਂ ਹੋਣਾ। ਚੁੱਪ ਕਰਕੇ ਆਪਣੇ ਸਾਹਾਂ ਵੱਲ ਧਿਆਨ ਦਿਓ, ਹਰ ਸਾਹ ਦੇ ਨਾਲ ਸਿਮਰਨ ਕਰੋ, ਵਾਹਿਗੁਰੂ। ਜਿੱਦਾਂ ਸਾਹ ਅੰਦਰ ਆ ਰਿਹਾ ਵਾਹਿ, ਬਾਹਰ ਨਿਕਲ ਰਿਹਾ ਗੁਰੂ। ਸਿਮਰਨ ਨਹੀਂ ਕਰਨਾ, ਕੋਈ ਵੀ ਸ਼ਬਦ ਜਿਹੜਾ ਮਨ ਦੇ ਵਿੱਚ ਆ ਰਿਹਾ ਤੁਹਾਡੇ, ਕੋਈ ਵੀ ਤੁਹਾਨੂੰ ਇੱਕ ਸ਼ਬਦ ਆਉਂਦਾ ਹੋਵੇ, ਕੋਈ ਇੱਕ ਉਸਦੀ ਤੁਕ ਆਉਂਦੀ ਹੋਵੇ, ਤੁਸੀਂ ਉਹ ਸ਼ਬਦ ਦੀ ਤੁਕ ਵਾਰ-ਵਾਰ ਪੜਨ ਲੱਗ ਪਓ, ਉਹ ਸ਼ਬਦ ਵਾਰ-ਵਾਰ ਪੜਨ ਲੱਗ ਪਓ, ਤੇ ਉਹ ਸ਼ਬਦ ਨੇ ਗੁੱਸੇ ਨੂੰ ਖਤਮ ਕਰਨਾ। ਤੇ ਤੁਹਾਨੂੰ ਉਦੋਂ ਪਤਾ ਵੀ ਨਹੀਂ ਲੱਗਣਾ ਕਿ ਗੁੱਸਾ ਕਿੱਦਾਂ ਖਤਮ ਹੋ ਗਿਆ, ਕਿਉਂਕਿ ਤੁਸੀਂ ਨਹੀਂ ਕੁਝ ਕੀਤਾ, ਤੁਸੀਂ ਸਿਰਫ ਇੰਨਾ ਕੀਤਾ ਕਿ ਤੁਸੀਂ ਚੁੱਪ ਹੋਏ। ਚੁੱਪ ਕਰਕੇ ਉਹਦੇ ਤੋਂ ਬਾਅਦ ਤੁਸੀਂ ਕਿਹਾ ਕਿ ਹੁਣ ਗੁਰੂ ਸਾਹਿਬ ਤੁਸੀਂ ਆ ਜਾਓ, ਤੇ ਗੁਰੂ ਸਾਹਿਬ ਨੇ ਆ ਕੇ ਉਸ ਗੁੱਸੇ ਨੂੰ ਕੰਟਰੋਲ ਕਰਨਾ। ਸੋ ਉਹ ਸ਼ਬਦ ਪੜਨ ਲੱਗ ਪੈਣਾ, ਉਹ ਸਿਮਰਨ ਕਰਨ ਲੱਗ ਪੈਣਾ, ਤੇ ਉਸ ਨੇ ਗੁੱਸੇ ਨੂੰ ਠੰਡਾ ਕਰ ਦੇਣਾ। ਹੁਣ ਜਦੋਂ ਠੰਡੇ ਹੋ ਗਏ, ਫਿਰ ਉਹਦਾ ਰਿਸਪੌਂਸ ਵੀ ਦੇਣਾ, ਕਿਉਂਕਿ ਜੋ ਵੀ ਗੱਲ ਹੋਈ, ਜੋ ਵੀ ਸਿਚੁਏਸ਼ਨ ਸੀ, ਹੋ ਸਕਦਾ ਕਈ ਸਿਚੁਏਸ਼ਨਸ ਦੇ ਵਿੱਚ ਚੁੱਪ ਰਹਿਣਾ ਨਾਲ ਸਰ ਜਾਂਦਾ ਤੇ ਜਵਾਬ ਦੇਣ ਦੀ ਲੋੜ ਹੀ ਨਾ ਪਵੇ। ਚੁੱਪ ਰਹੋ, ਆਪਣਾ ਸਿਮਰਨ ਕਰੋ, ਫਿਰ ਉੱਥੋਂ ਚਲੇ ਜਾਓ। ਕਈ ਸਿਚੁਏਸ਼ਨਸ ਦੇ ਵਿੱਚ ਜ਼ਰੂਰੀ ਹੁੰਦਾ ਕਿ ਜਵਾਬ ਦਿੱਤਾ ਜਾਵੇ, ਪਰ ਗੁੱਸੇ ਦੇ ਵਿੱਚ ਜਵਾਬ ਨਹੀਂ ਦੇਣਾ। ਹੁਣ ਜਦੋਂ ਸ਼ਬਦ ਨਾਲ, ਗੁਰਬਾਣੀ ਨਾਲ ਗੁੱਸਾ ਠੰਡਾ ਹੋ ਗਿਆ, ਫਿਰ ਉਹਦਾ ਜਵਾਬ ਦੇਣਾ ਇੱਕ ਸ਼ਾਂਤਮਈ ਤਰੀਕੇ ਦੇ ਨਾਲ, ਉਸ ਇਨਸਾਨ ਨਾਲ ਜਾਂ ਉਸ ਸਿਚੁਏਸ਼ਨ ਨੂੰ ਸ਼ਾਂਤਮਈ ਤਰੀਕੇ ਨਾਲ ਹੁਣ ਹੈਂਡਲ ਕਰਨਾ। ਕਿਉਂਕਿ ਹੁਣ ਦਿਮਾਗ ਜਿਹੜਾ ਹੈ, ਮੱਤ ਜਿਹੜੀ ਹੈ ਉਹ ਹਾਰੀ ਨਹੀਂ ਹੋਈ। ਆਪਾਂ ਗੱਲ ਕੀਤੀ ਸੀ ਨਾ, ਅੰਤਰ ਕ੍ਰੋਧ ਜੂਐ ਮੱਤ ਹਾਰੀ। ਉਦੋਂ ਮੱਤ ਹਾਰੀ ਹੋਈ ਸੀ ਜਦੋਂ ਗੁੱਸੇ 'ਚ ਸੀ, ਕ੍ਰੋਧ ਸੀ ਅੰਦਰ ਭਰਿਆ। ਹੁਣ ਗੁਰਬਾਣੀ ਨੇ ਕ੍ਰੋਧ ਨੂੰ ਨਿਵਾਰਤਾ, ਖਤਮ ਕਰਤਾ, ਤੇ ਹੁਣ ਮੱਤ ਜਿਹੜੀ ਉਹ ਗੁਰੂ ਦੇ ਅਨੁਸਾਰ ਚੱਲਣ ਲੱਗ ਪਈ। ਫਿਰ ਜਿਹੜੇ ਲਫ਼ਜ਼ ਨਿਕਲਣਗੇ ਜ਼ੁਬਾਨ ਦੇ ਵਿੱਚੋਂ,
ਉਹ ਵੀ ਗੁਰੂ ਦੇ ਅਨੁਸਾਰੀ ਹੀ ਹੋਣਗੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰਨੇ ਆ ਜੀ ਦੂਜੇ ਵਿਕਾਰ ਦੀ, ਜਿਹੜਾ ਹੈ ਲੋਭ। ਹੁਣ ਇਹ ਵੀ ਇੱਕ ਵਿਕਾਰ ਹੈ ਤੇ ਬਾਕੀ ਵਿਕਾਰਾਂ ਦੀ ਤਰ੍ਹਾਂ ਇਹ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹੋਣਾ। ਹੁਣ ਕੁਝ ਬੇਸਿਕ ਥਿੰਗਸ ਨੇ ਨਾ ਲਾਈਫ ਦੀਆਂ, ਆਪਾਂ ਸੁਣਿਆ ਰੋਟੀ ਕੱਪੜਾ ਔਰ ਮਕਾਨ। ਹੁਣ ਜ਼ਿੰਦਗੀ ਜਿਉਣ ਵਾਸਤੇ ਖਾਣਾ ਜ਼ਰੂਰੀ ਹੈ, ਖਾਣਾ ਲਿਆਉਣ ਵਾਸਤੇ ਕਮਾਣਾ ਜ਼ਰੂਰੀ ਹੈ, ਤੇ ਰਹਿਣ ਵਾਸਤੇ ਘਰ ਜ਼ਰੂਰੀ ਹੈ, ਤੇ ਪਾਉਣ ਵਾਸਤੇ ਕੱਪੜੇ ਜ਼ਰੂਰੀ ਨੇ। ਉਹ ਬੇਸਿਕ ਨੀਡਸ। ਤੇ ਜੇ ਤੁਸੀਂ ਕਿਤੇ ਇੰਡੀਆ ਤੋਂ ਬਾਹਰ ਹੋ ਤੇ ਫਿਰ ਜਿਹੜੀ ਗੱਡੀ ਆ ਉਹ ਵੀ ਬੇਸਿਕ ਨੀਡਸ ਦੇ ਵਿੱਚ ਹੀ ਆ ਜਾਂਦੀ ਹੈ ਪਬਲਿਕ ਟ੍ਰਾਂਜ਼ਿਟ ਤੋਂ ਬਾਅਦ। ਸੋ ਬੇਸਿਕ ਚੀਜ਼ਾਂ ਸਾਨੂੰ ਲਾਈਫ ਦੇ ਵਿੱਚ ਚਾਹੀਦੀਆਂ ਨੇ ਤੇ ਉਹਨਾਂ ਵਾਸਤੇ ਸਾਨੂੰ ਮਿਹਨਤ ਵੀ ਕਰਨੀ ਚਾਹੀਦੀ ਹੈ। ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ 3 ਥੰਮ ਨੇ ਉਹਨਾਂ ਚੋਂ ਇੱਕ ਕਿਰਤ ਕਰਨੀ ਹੈ, ਸੋ ਉਹਦੇ ਵਾਸਤੇ ਕੰਮ ਵੀ ਕਰਨਾ ਹੈ। ਪਰ ਫਿਰ ਪ੍ਰੋਬਲਮ ਉਦੋਂ ਹੈ ਜਦੋਂ ਇਹ ਜਿਹੜੀਆਂ ਲੋੜਾਂ ਨੇ ਸਾਡੀਆਂ ਜ਼ਿੰਦਗੀ ਜਿਉਣ ਵਾਸਤੇ, ਇਹ ਬੇਕਾਬੂ ਹੋ ਜਾਣ ਤੇ ਵਧਦੀਆਂ ਜਾਣ। ਸੋ ਐਜ਼ ਐਨ ਐਗਜ਼ਾਮਪਲ, ਰਹਿਣ ਵਾਸਤੇ ਇੱਕ ਘਰ ਚਾਹੀਦਾ, ਘਰ ਲੈਣ ਵਾਸਤੇ ਮਿਹਨਤ ਕੀਤੀ, ਮਿਹਨਤ ਕਰਕੇ ਇੱਕ ਘਰ ਖਰੀਦਿਆ। ਹੁਣ ਘਰ ਤਾਂ ਆ ਗਿਆ, ਬੇਸਿਕ ਨੀਡ ਪੂਰੀ ਹੋ ਗਈ ਨਾ। ਪਰ ਹੁਣ ਤ੍ਰਿਸ਼ਨਾ ਨੇ ਕੀ ਕਰਨਾ, ਲੋਭ ਨੇ ਕੀ ਕਹਿਣਾ ਕਿ ਨਹੀਂ ਇਹ ਘਰ ਛੋਟਾ ਹੈ, ਤੈਨੂੰ ਵੱਡਾ ਘਰ ਚਾਹੀਦਾ। ਵੱਡਾ ਘਰ ਲੈ ਲਿਆ, ਲੋਭ ਖਤਮ ਨਹੀਂ ਹੋਣਾ। ਜੇ ਲੋਭ ਦੇ ਵਸ ਪਏ ਹੋਏ ਆ ਨਾ, ਲੋਭ ਨੇ ਆਪਣਾ ਭਾਰ ਪੂਰਾ ਕੀਤਾ ਹੋਇਆ ਤੇ ਆਪਾਂ ਲੋਭ ਨੂੰ ਕਾਬੂ ਨਹੀਂ ਕੀਤਾ, ਫਿਰ ਉਹਨੇ ਕਹਿਣਾ ਕਿ ਨਹੀਂ ਇਹ ਵੀ ਘਰ ਛੋਟਾ, ਤੈਨੂੰ ਇਹਦੇ ਤੋਂ ਹੋਰ ਵੱਡਾ ਘਰ ਚਾਹੀਦਾ। ਹੁਣ ਤੁਸੀਂ ਇਹ ਚੀਜ਼ ਕਿਸੇ ਵੀ ਐਗਜ਼ਾਮਪਲ ਕਿਸੇ ਵੀ ਚੀਜ਼ ਵਾਸਤੇ ਲੈ ਲਓ, ਗੱਡੀ ਵਾਸਤੇ ਲੈ ਲਓ, ਫੋਨ ਵਾਸਤੇ ਲੈ ਲਓ ਨਾ। ਹੁਣ ਗੁਰਬਾਣੀ ਇਸ ਬਾਰੇ ਕਹਿੰਦੀ ਹੈ ਕਿ ਇਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੁਭਾਣ। ਕਿ ਮਨ ਜਿਹੜਾ ਹੈ ਨਾ ਉਹ ਐਡਾ ਮੂਰਖ ਹੈ, ਉਹ ਲੋਭ ਦੇ ਪਿੱਛੇ ਲੱਗਾ ਹੋਇਆ। ਜਿੰਨਾ ਉਹ ਲੋਭ ਦੇ ਪਿੱਛੇ ਜਾਂਦਾ ਹੈ, ਉਹ ਲੋਭ ਉਨਾ ਹੀ ਉਹਨੂੰ ਹੋਰ ਆਪਣੇ ਵਿੱਚ ਫਸਾਈ ਜਾ ਰਿਹਾ ਤੇ ਉਹ ਲੋਭ ਵੱਧਦਾ ਜਾ ਰਿਹਾ ਤੇ ਉਹ ਲੋਭ ਜਿਹੜਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੇ ਜਦੋਂ ਉਹ ਬੇਕਾਬੂ ਹੋ ਗਿਆ ਤੇ ਮਨ ਤੇ ਦਿਮਾਗ ਤੇ ਸਟ੍ਰੈਸ ਬਹੁਤ ਬਣ ਜਾਂਦਾ ਹੈ। ਹੁਣ ਕਿਉਂਕਿ ਜਿੰਨੀ ਵੱਡੀ ਚੀਜ਼ ਚਾਹੀਦੀ ਹੈ, ਦੁਨੀਆ ਦਾ ਦਸਤੂਰ ਹੈ, ਉਹਦੇ ਵਾਸਤੇ ਪੈਸੇ ਜ਼ਿਆਦਾ ਚਾਹੀਦੇ ਨੇ। ਪੈਸੇ ਜ਼ਿਆਦਾ ਆਉਣ ਵਾਸਤੇ ਕੰਮ ਜ਼ਿਆਦਾ ਕਰਨਾ ਪਏਗਾ, ਉਹਦੇ ਨਾਲ ਸਟ੍ਰੈਸ ਵਧੇਗਾ। ਸਮਾਂ ਕਿਉਂਕਿ ਹੋਰ ਕਿਸੇ ਚੀਜ਼ ਵਾਸਤੇ ਤਾਂ ਮਿਲ ਹੀ ਨਹੀਂ ਰਿਹਾ, ਸਾਰਾ ਸਮਾਂ ਤਾਂ ਪੈਸਾ ਇਕੱਠਾ ਕਰਨ 'ਚ ਲੱਗਾ ਤਾਂ ਕਿ ਤ੍ਰਿਸ਼ਨਾ ਬੁੱਝ ਜਾਵੇ। ਤ੍ਰਿਸ਼ਨਾ ਤਾਂ ਬੁੱਝਣੀ ਨਹੀਂ ਨਾ, ਉਹ ਤਾਂ ਬੇਕਾਬੂ ਹੋ ਜਾਣੀ ਹੈ। ਕਿੱਦਾਂ ਬੁੱਝਣੀ ਉਹਦੀ ਗੱਲ ਆਪਾਂ ਥੋੜੇ ਚਿਰ 'ਚ ਕਰਾਂਗੇ। ਹੁਣ ਜਦੋਂ ਦਿਮਾਗ ਇੰਨਾ ਸਟ੍ਰੈਸਡ ਆਊਟ ਹੈ, ਟਾਇਰਡ ਹੈ, ਥੱਕਿਆ ਹੋਇਆ, ਤੇ ਉਹ ਸੋਚੇਗਾ ਕਿੱਥੋਂ। ਤੇ ਜਦੋਂ ਉਹਨੇ ਸੋਚਣਾ ਹੀ ਨਹੀਂ ਸਹੀ ਤਰ੍ਹਾਂ, ਤੇ ਫਿਰ ਜੋ ਵੀ ਉਹਦੇ ਮੂੰਹ ਦੇ ਵਿੱਚ ਆਏਗਾ ਉਹੀ ਬੋਲੇਗਾ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਅੰਦਰ ਕਾਮ ਕ੍ਰੋਧ ਅਹੰਕਾਰ ਫਸਿਆ ਹੋਇਆ ਤੇ ਫਿਰ ਜਿਹੜਾ ਮੱਤ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਸੇਮ ਥਿੰਗ ਲੋਭ ਵਾਸਤੇ ਆ, ਅੰਦਰ ਵਿਕਾਰਾਂ ਨਾਲ ਭਰਿਆ ਪਿਆ ਹੈ, ਲੋਭ ਨਾਲ ਭਰਿਆ ਪਿਆ, ਤੇ ਦਿਮਾਗ ਨੂੰ ਪਤਾ ਥੋੜਾ ਲੱਗਣਾ ਕਿ ਕੀ ਕਹਿਣਾ ਨਾ, ਫਿਰ ਜੋ ਮਰਜ਼ੀ ਬੋਲੀ ਜਾਣਾ। ਆਲੇ ਦੁਆਲਿਆਂ ਨੇ ਦੁਖੀ ਕਰਨਾ, ਆਪ ਦੁਖੀ ਹੋਣਾ। ਸੋ ਈਵਨ ਦੋ ਜਿਹੜੀ ਬੇਸਿਕ ਨੀਡ ਸੀ ਉਹ ਖਤਮ ਹੋ ਗਈ, ਪਰ ਸ਼ਾਂਤੀ ਤਾਂ ਫੇਰ ਨਹੀਂ ਨਾ ਮਿਲੀ, ਕਿਉਂਕਿ ਲੋਭ ਤਾਂ ਵਧੀ ਜਾ ਰਿਹਾ। ਹੁਣ ਗੁਰਬਾਣੀ ਦਾ ਫਰਮਾਨ ਹੈ, ਤ੍ਰਿਸ਼ਨ ਨਾ ਬੂਝੈ ਕਰਤ ਕਲੋਲਾ, ਊਣੀ ਆਸ ਮਿਥਿਆ ਸਭ ਬੋਲਾ। ਕਿ ਇਹ ਜਿਹੜੇ ਕਲੋਲ ਆਪਾਂ ਕਰਨੇ ਆ ਕਿ ਆਹ ਲੈ ਲਈਏ ਫਿਰ ਖਤਮ ਹੋ ਜਾਏਗਾ, ਫਿਰ ਅੱਗੇ ਨਹੀਂ ਕੁਝ ਸੋਚਾਂਗੇ, ਬਸ ਆਖਰੀ ਚੀਜ਼ ਲੈਣੀ ਹੈ। ਕਹਿੰਦੇ ਇਹ ਸਾਰੀਆਂ ਨੇ ਜਿਹੜੀਆਂ ਇਹ ਟ੍ਰਿਕਸ ਤੁਸੀਂ ਆਪਣੇ ਦਿਮਾਗ ਨਾਲ ਕਰ ਰਹੇ ਹੋ, ਇਦਾਂ ਤ੍ਰਿਸ਼ਨਾ ਖਤਮ ਨਹੀਂ ਹੋਣੀ ਹੈਗੀ। ਤੇ ਇਦਾਂ ਜੋ ਵੀ ਤੁਸੀਂ ਕਹਿ ਰਹੇ ਹੋ ਸਭ ਮਿੱਥਿਆ ਹੈ, ਝੂਠ ਹੈ। ਜੋ ਵੀ ਤੁਸੀਂ ਕਹੀ ਜਾ ਰਹੇ ਹੋ ਕਿ ਬਸ ਇੱਕ ਵਾਰੀ ਆਹ ਚੀਜ਼ ਲੈ ਲਈ, ਉਹਦੇ ਤੋਂ ਬਾਅਦ ਹੋਰ ਕੁਝ ਨਹੀਂ, ਕਹਿੰਦੇ ਝੂਠ ਹੈ। ਤੁਸੀਂ ਆਪਣੇ ਮਨ ਨੂੰ ਤਸੱਲੀ ਦੇ ਰਹੇ ਹੋ, ਤੁਹਾਡੀ ਤ੍ਰਿਸ਼ਨਾ ਖਤਮ ਨਹੀਂ ਹੋਣੀ। ਪਰ ਤ੍ਰਿਸ਼ਨਾ ਤਾਂ ਖਤਮ ਕਰਨੀ ਹੈ ਨਾ, ਤ੍ਰਿਸ਼ਨਾ ਨੂੰ ਤਾਂ ਆਪਾਂ ਕਾਬੂ ਦੇ ਵਿੱਚ ਕਰਨਾ ਹੈ। ਤੇ ਜਦੋਂ ਆਪਾਂ ਗੁਰਬਾਣੀ ਨੂੰ ਸਮਝਣ ਲੱਗ ਪਾਂਗੇ, ਗੁਰਬਾਣੀ ਨੂੰ ਪੜਨ ਲੱਗ ਪਾਂਗੇ, ਲਿਮਿਟਿਡ ਟਾਈਮ ਦਵਾਂਗੇ, ਜਿਹੜੀ ਚੀਜ਼ ਚਾਹੀਦੀ ਹੈ ਉਹ ਲੈ ਲਈ, ਉਹਦੇ ਤੋਂ ਬਾਅਦ ਸਮਾਂ ਤਾਂ ਹੈਗਾ ਨਾ। ਉਹ ਹੋਰ ਪੈਸੇ ਪਿੱਛੇ ਭੱਜਣ ਦੀ ਜਗ੍ਹਾ ਆਪਾਂ ਜਦੋਂ ਗੁਰਬਾਣੀ ਨਾਲ ਲਾਇਆ, ਤੇ ਗੁਰਬਾਣੀ ਨੇ ਦੱਸਣਾ ਜਿਉਂ ਅਗਨ ਮਰੈ ਜਲ ਪਾਇਐ, ਤਿਉਂ ਤ੍ਰਿਸ਼ਨਾ ਦਾਸਨ ਦਾਸ। ਜਦੋਂ ਅੱਗ ਲੱਗੀ ਹੋਵੇ ਨਾ ਤੇ ਉਹਨੂੰ ਬੁਝਾਉਣ ਵਾਸਤੇ ਪਾਣੀ ਚਾਹੀਦਾ ਹੁੰਦਾ। ਫਾਇਰ ਐਕਸਟਿੰਗੁਇਸ਼ਰ ਲੈ ਲਓ, ਫਾਇਰ ਟਰੱਕ ਲੈ ਲਓ, ਥੋੜੀ ਅੱਗ ਹੈ ਪਾਣੀ ਲੈ ਲਓ, ਉਹ ਪਾਣੀ ਨਾਲ ਅੱਗ ਬੁਝਦੀ ਹੈ। ਤੇ ਇਦਾਂ ਹੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਅੰਦਰ ਹੈ, ਉਹ ਬੁਝਦੀ ਹੈ ਜੀ ਗੁਰੂ ਦੀ। ਜਦੋਂ ਆਪਾਂ ਸਿੱਖਿਆ ਤੇ ਚੱਲ ਰਹੇ ਹਾਂ ਤੇ ਆਪਾਂ ਪਹਿਲਾਂ ਗੁਰੂ ਦੇ ਦਾਸ ਬਣੀਏ, ਗੁਰੂ ਦੇ ਨੌਕਰ ਬਣੀਏ। ਜਦੋਂ ਗੁਰੂ ਦੇ ਨੌਕਰ ਬਣ ਗਏ ਤੇ ਫਿਰ ਤ੍ਰਿਸ਼ਨਾ ਜਿਹੜੀ ਆ ਉਹ ਸਾਡੀ ਨੌਕਰ ਬਣ ਜਾਏਗੀ, ਤੇ ਫਿਰ ਆਪਾਂ ਗੁਰੂ ਦੇ ਨਾਮ ਦੇ ਰਾਹੀਂ ਉਸ ਤ੍ਰਿਸ਼ਨਾ ਨੂੰ ਕਾਬੂ ਦੇ ਵਿੱਚ ਕਰ ਲਾਂਗੇ। ਹੁਣ ਇਸ ਕਰਕੇ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਪੜ੍ਹੀਏ। ਸਿਰਫ ਪੜ੍ਹਨ ਨਾਲ ਕੁਝ ਨਹੀਂ ਹੋਣਾ, ਕਿਉਂਕਿ ਉਦੋਂ ਇਹ ਥੋੜਾ ਪਤਾ ਲੱਗਣਾ ਕਿ ਇਹ ਵੀ ਕਹਿ ਰਹੀ ਹੈ ਕਿ ਤਿਉਂ ਤ੍ਰਿਸ਼ਨਾ ਦਾਸਨ ਦਾਸ। ਇਹ ਤਾਂ ਸਮਝਣ ਨਾਲ ਪਤਾ ਲੱਗਣਾ ਹੈ ਨਾ ਕਿ ਤ੍ਰਿਸ਼ਨਾ ਦਾਸ ਹੈਗੀ ਕਿਹਦੀ ਹੈ। ਤ੍ਰਿਸ਼ਨਾ ਦਾਸ ਹੈ ਉਹਨਾਂ ਦੀ ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ। ਤੇ ਜਦੋਂ ਗੁਰਬਾਣੀ ਨੂੰ ਸਮਝਿਆ ਤੇ ਫਿਰ ਇਹ ਪਤਾ ਲੱਗ ਗਿਆ। ਹੁਣ ਜਦੋਂ ਹਰ ਸਮੇਂ ਉਸ ਪਰਮਾਤਮਾ ਦਾ ਨਾਮ ਜਪ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਕੋਈ ਸ਼ਬਦ ਪੜ੍ਹ ਰਹੇ ਹਾਂ, ਸਾਡੇ ਕੌਨਸ਼ੀਅਸ ਅਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਚੱਲ ਰਿਹਾ ਹਰ ਸਮੇਂ,
ਤੇ ਗੁਰੂ ਸਾਹਿਬ ਜਿਹੜੀਆਂ ਨੇ ਨਾ ਫਿਰ ਇਹ ਸਾਰੀਆਂ ਜਿਹੜੀਆਂ ਅਨਨੈਸੈਸਰੀ ਤ੍ਰਿਸ਼ਨਾਵਾਂ ਨੇ, ਉਹ ਸਾਰੀਆਂ ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਸੰਜਮ ਦੇ ਵਿੱਚ ਬਦਲ ਦੇਣਾ। ਫਿਰ ਇਹ ਦੱਸਣ ਦੀ ਜਗ੍ਹਾ ਨਾ ਕਿ ਮੇਰੇ ਕੋਲ ਜੇ ਇਹ ਇੱਕ ਘਰ ਹੈਗਾ ਨਾ, ਤੇ ਇਹ ਨਹੀਂ, ਗੁਰੂ ਸਾਹਿਬ ਨੇ ਸੋਝੀ ਏਦਾਂ ਦੀ ਬਣਾ ਦੇਣੀ ਹੈ ਕਿ ਇਹ ਨਹੀਂ ਲੱਗਣਾ ਕਿ ਮੈਨੂੰ ਇਹਦੇ ਤੋਂ ਵੱਡਾ ਘਰ ਚਾਹੀਦਾ। ਫਿਰ ਮੱਤ ਏਦਾਂ ਦੀ ਗੁਰੂ ਦੇ ਸ਼ਬਦ ਨਾਲ ਬਣ ਜਾਣੀ ਹੈ ਕਿ ਸਮਝ ਆ ਜਾਏਗਾ ਕਿ ਜਿਹੜਾ ਇਹ ਘਰ ਹੈ ਨਾ, ਇਹ ਇਨਫ ਹੈ, ਮੈਨੂੰ ਹੋਰ ਅੱਗੇ ਵਧਣ ਦੀ ਲੋੜ ਨਹੀਂ ਹੈਗੀ, ਇਹਦੇ ਵਾਸਤੇ ਮਰਨ ਦੀ ਲੋੜ ਨਹੀਂ। ਜੇ ਹਾਂ ਤੁਹਾਡੀ ਜੌਬ ਇਦਾਂ ਦੀ ਹੈ ਜਾਂ ਤੁਹਾਡਾ ਬਿਜ਼ਨਸ ਇਦਾਂ ਦਾ ਹੈ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਤੁਹਾਡੇ ਕੋਲ ਪੈਸੇ ਹੈਗੇ ਨੇ, ਤੁਸੀਂ ਵੱਡੀ ਚੀਜ਼ ਲੈ ਰਹੇ ਹੋ, ਗੁਰੂ ਵਾਸਤੇ ਟਾਈਮ ਕੱਢਣ ਤੋਂ ਬਾਅਦ ਵੀ ਤੁਹਾਡੇ ਕੋਲ ਜੇ ਹੈਗਾ ਤੇ ਤੁਸੀਂ ਲਓ, ਉਹਦੇ 'ਚ ਕੋਈ ਮਾੜੀ ਗੱਲ ਨਹੀਂ। ਪਰ ਗੱਲ ਇਹ ਹੈ ਕਿ ਉਹਦੇ ਪਿੱਛੇ ਭੱਜਣ ਵਾਸਤੇ ਗੁਰੂ ਨੂੰ ਨਹੀਂ ਭੁੱਲ ਜਾਣਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜਦੋਂ ਉਸ ਦਾ ਨਾਮ ਜਪਣ ਲੱਗ ਪਏ ਨਾ, ਤੇ ਫਿਰ ਮਨ ਦੀ ਜਿੰਨੀ ਵੀ ਤ੍ਰਿਸ਼ਨਾ ਹੈ ਨਾ, ਭੁੱਖ ਜਿਹੜੀ ਹੈ ਉਹ ਸੰਜਮ ਦੇ ਵਿੱਚ ਬਦਲ ਜਾਣੀ ਹੈ। ਸੰਜਮ ਮਤਲਬ ਆਪਾਂ ਕੰਟੈਂਟ ਹੋ ਜਾਣਾ ਕਿ ਜੋ ਮੇਰੇ ਕੋਲ ਹੈ ਬਹੁਤ ਹੈ, ਇਹਦੇ ਤੋਂ ਵੱਧ ਭੱਜਣਾ ਨਹੀਂ ਇਹਦੇ ਪਿੱਛੇ। ਹਾਂ, ਜੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਮਿਲ ਜਾਂਦਾ ਤੇ ਉਹਦੇ ਹੁਕਮ ਦੇ ਵਿੱਚ ਹੈ। ਹੁਣ ਆਪਾਂ ਗੱਲ ਕਰਨੇ ਆ ਜੀ ਹੰਕਾਰ ਦੀ, ਈਗੋ। ਸਭ ਤੋਂ ਪਹਿਲਾਂ ਸਮਝਣਾ ਇਹ ਜ਼ਰੂਰੀ ਹੈ ਕਿ ਹੰਕਾਰ ਤੇ ਮਾਣ ਜਿਹੜਾ, ਪ੍ਰਾਊਡ ਜਿਹੜਾ, ਉਹ ਸੇਮ ਨਹੀਂ ਹੈਗੇ, ਉਹਨਾਂ ਦੇ ਵਿੱਚ ਬਹੁਤ ਫਰਕ ਹੈ। ਹੁਣ ਜੇ ਮਿਹਨਤ ਕਰਕੇ ਕੋਈ ਚੀਜ਼ ਹਾਸਲ ਕੀਤੀ ਹੈ, ਸੋ ਲੈਟਸ ਟੇਕ ਐਨ ਐਗਜ਼ਾਮਪਲ ਕਿ ਜੇ ਬਹੁਤ ਮਿਹਨਤ ਕੀਤੀ, ਆਪਾਂ ਕੋਈ ਡਿਗਰੀ ਕਰ ਰਹੇ ਹਾਂ ਨਾ, ਮਿਹਨਤ ਕਰਕੇ ਆਪਾਂ ਡਿਗਰੀ ਹਾਸਲ ਕਰ ਲਈ, ਤੇ ਉਹਦੇ ਤੇ ਆਪਾਂ ਮਾਣ ਕਰ ਸਕਨੇ ਆ ਕਿ ਹਾਂ ਮਿਹਨਤ ਕੀਤੀ ਸੀ ਤੇ ਡਿਗਰੀ ਮਿਲੀ, ਉਹਦੇ ਤੇ ਮਾਣ ਹੈ। ਪਰ ਜੇ ਇਹ ਸੋਚ ਲਿਆ ਨਾ ਕਿ ਜੇ ਇਹ ਮੈਂ ਡਿਗਰੀ ਕੀਤੀ ਹੈ, ਮੈਂ ਮਿਹਨਤ ਕੀਤੀ ਤੇ ਮੈਂ ਇਹ ਡਿਗਰੀ ਹਾਸਲ ਕੀਤੀ ਹੈ, ਫਿਰ ਉਹ ਹੰਕਾਰ ਬਣ ਜਾਂਦਾ। ਜਦੋਂ ਇਹ ਕਹਿਣਾ ਹੈ ਨਾ ਕਿ ਹਾਂ ਮੈਂ ਮਿਹਨਤ ਕੀਤੀ, ਮੈਨੂੰ ਡਿਗਰੀ ਮਿਲੀ, ਪਰ ਇਹ ਮਿਲਣੀ ਨਹੀਂ ਸੀ ਜੇ ਗੁਰੂ ਦੀ ਬਖਸ਼ਿਸ਼ ਨਾ ਹੁੰਦੀ। ਉਹਦੀ ਬਖਸ਼ਿਸ਼ ਤੋਂ ਬਿਨਾਂ ਤਾਂ ਕੁਝ ਪੋਸੀਬਲ ਹੀ ਨਹੀਂ ਹੈਗਾ। ਜਦੋਂ ਬਖਸ਼ਿਸ਼ ਵਾਲਾ ਪਾਠ ਭੁੱਲ ਗਏ, ਫਿਰ ਉਹ ਮਾਨ ਹੰਕਾਰ ਦੇ ਵਿੱਚ ਬਦਲ ਜਾਂਦਾ। ਪਰ ਜੇ ਇਹ ਯਾਦ ਰਿਹਾ ਕਿ ਮੇਰੇ ਵੱਸ ਦੀ ਗੱਲ ਨਹੀਂ ਸੀ ਹੈਗੀ ਕਿ ਮੈਂ ਡਿਗਰੀ ਕਰ ਲੈਂਦੀ, ਇਹ ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ ਤੇ ਮੇਰੇ ਤੋਂ ਡਿਗਰੀ ਹੋ ਗਈ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ। ਮੈਂ ਕਿਹੜੀ ਗੱਲ ਦਾ ਮੈਂ ਕਿਹੜੀ ਗੱਲ ਦਾ ਮੈਂ ਮਾਨ ਕਰਾਂ, ਕਿਹੜੀ ਗੱਲ ਦੀ ਮੈਂ ਹੰਕਾਰ ਕਰਾਂ ਕਿ ਮੈਂ ਡਿਗਰੀ ਕਰ ਲਈ। ਇਹ ਤਾਂ ਪਰਮਾਤਮਾ ਮੇਰਾ ਰਾਖਾ ਹੈ, ਉਹਨੇ ਮੇਰੇ ਤੋਂ ਕਰਵਾਤੀ, ਉਹਨੇ ਮਿਹਨਤ ਕਰਵਾਈ ਤੇ ਮੈਂ ਕਰ ਲਈ। ਹੁਣ ਦੂਜੀ ਗੱਲ ਆਪਾਂ ਲਈਏ ਐਗਜ਼ਾਮਪਲ ਦੇ ਤੌਰ ਤੇ, ਸੇਵਾ। ਆਪਾਂ ਸੇਵਾ ਕਰਨੇ ਆ, ਗੁਰਦੁਆਰੇ ਕਰਨੇ ਆ, ਕਮਿਊਨਿਟੀ ਸਰਵਿਸਿਜ਼, ਵੋਲੰਟੀਅਰਿੰਗ, ਹਨਾ, ਕੁਝ ਵੀ ਹੋ ਸਕਦਾ। ਜੇ ਆਪਾਂ ਉਹ ਕਰ ਰਹੇ ਆ ਨਾ, ਉਹਦੇ ਵਿੱਚੋਂ ਵੀ ਹੰਕਾਰ ਆ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਸੇਵਾ ਕਰਨੀ ਬੰਦ ਕਰ ਦੇਣੀ ਹੈ, ਸੇਵਾ ਕਰਨੀ ਹੈ, ਪਰ ਇਹ ਦੇਖਣਾ ਹੈ ਕਿ ਉਹ ਦੇ ਵਿੱਚੋਂ ਹੰਕਾਰ ਕਿੱਦਾਂ ਨਿਕਲ ਰਿਹਾ ਤੇ ਉਸ ਚੀਜ਼ ਨੂੰ ਆਪਾਂ ਕਾਬੂ ਦੇ ਵਿੱਚ ਕਰਨਾ ਹੈ ਨਾ। ਹੁਣ ਜੇ ਇਨਸਾਨ ਸੇਵਾ ਕਰ ਰਿਹਾ ਪਰ ਗੁਰਬਾਣੀ ਨਾਲ ਨਹੀਂ ਜੁੜਿਆ ਨਾ, ਤੇ ਬਹੁਤ ਸੌਖਾ ਹੰਕਾਰ ਆਉਂਦਾ। ਜੇ ਮੈਂ ਕਿਸੇ ਗਰੀਬ ਨੂੰ ਕੋਈ $10 ਜਾ ਕੇ ਦੇ ਤੇ, ਜਾਂ ਕੋਈ 100 ਰੁਪਇਆ ਜਾ ਕੇ ਦੇਤਾ ਨਾ, ਤੇ ਮੈਂ 4 ਜਣਿਆਂ ਨੂੰ ਜਾ ਕੇ ਦੱਸਤਾ ਕਿ ਮੈਨੂੰ ਅੱਜ ਇੱਕ ਸੜਕ ਤੇ ਇੱਕ ਗਰੀਬ ਮਿਲਿਆ ਸੀ, ਭੁੱਖਾ ਭਾਣਾ ਸੀ, ਲੋੜਵੰਦ ਸੀ, ਮੈਂ ਉਹਨੂੰ 100 ਰੁਪਏ ਦੇ ਤੇ, ਉਹ ਮੈਂ ਕੀਤਾ, ਉਹ ਮੈਂ ਪੈਸੇ ਦਿੱਤੇ ਉਹਦੇ ਨਾਲ, ਉਹਨੇ ਉਹ ਤਾਂ ਹਉਮੈ ਬਣ ਗਈ ਨਾ। ਪਰ ਜੇ ਨਾਲ ਗੁਰਬਾਣੀ ਪੜ੍ਹਦੇ ਹੋਵਾਂਗੇ ਤੇ ਜਦੋਂ 100 ਰੁਪਇਆ ਦੇਤਾ ਨਾ, $10 ਦੇਤੇ ਕਿਸੇ ਨੂੰ, ਤੇ ਫਿਰ ਮਨ ਦੇ ਵਿੱਚ ਇਹ ਆਣਾ ਕਿ ਗੁਰੂ ਸਾਹਿਬ ਨੇ ਇਹ ਸਮਝਾਣਾ, ਇਹ ਤਾਂ ਦਸਵੰਧ ਸੀ, ਗੁਰੂ ਦਾ ਹੀ ਪੈਸਾ ਸੀ, ਗੁਰੂ ਨੇ ਅੱਗੇ ਦਵਾਤਾ ਤੇ ਦੇਤਾ। ਹੰਕਾਰ ਨਹੀਂ ਨਾ ਆਇਆ, ਸੇਵਾ ਕੀਤੀ ਪਰ ਹੰਕਾਰ ਨਹੀਂ ਬਣਿਆ। ਇਹ ਚੀਜ਼ ਜ਼ਰੂਰੀ ਹੈ। ਸੋ ਜੇ ਸੇਵਾ ਕਰਨ ਦੇ ਨਾਲ ਨਾਲ ਹਉਮੈ ਆ ਗਈ ਨਾ, ਤੇ ਫਿਰ ਉਹ ਤਾਂ ਵੈਸੇ ਹੀ ਸੇਵਾ ਕਬੂਲ ਨਹੀਂ ਹੋਣੀ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਕਿ ਜੇ ਹਉਮੈ ਦੇ ਵਿੱਚ ਰਹਿ ਕੇ ਸੇਵਾ ਕੀਤੀ, ਤੇ ਜਿਹੜੀ ਸੇਵਾ ਜੇ ਕੀਤੀ ਵੀ ਨਾ, ਤੇ ਉਹ ਫਿਰ ਵਿਅਰਥ ਹੀ, ਉਹਦਾ ਫਾਇਦਾ ਕੋਈ ਨਹੀਂ ਹੈਗਾ। ਤੇ ਜਿਹੜੀ ਆ ਮੇਰੀ ਸੋਚ ਹੈ ਨਾ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ, ਇਹ ਮੈਂ ਸੋਚ ਇੰਨੀ ਕੁ ਫੈਲਾ ਦਿੰਦੀ ਹੈ ਨਾ। ਗੁਬਾਰੇ ਦੀ ਐਗਜ਼ਾਮਪਲ ਲਓ ਤੁਸੀਂ, ਗੁਬਾਰੇ ਦੇ ਵਿੱਚ ਹਵਾ ਭਰੀ ਜਾਓ, ਭਰੀ ਜਾਓ, ਭਰੀ ਜਾਓ ਨਾ, ਉਹ ਫੁੱਲਦਾ ਰਹਿੰਦਾ, ਫੁੱਲਦਾ ਰਹਿੰਦਾ, ਪਰ ਜੇ ਜ਼ਿਆਦਾ ਭਰ ਦੋ ਨਾ, ਫਟ ਜਾਂਦਾ। ਸੇਮ ਥਿੰਗ ਆਪਾਂ ਨਾਲ, ਸਾਡੇ ਨਾਲ, ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ, ਉਹ ਮੈਂ ਦੇ ਨਾਲ ਆਪਾਂ ਇੰਨਾ ਕੁ ਫੁੱਲ ਜਾਂਦੇ ਆ ਨਾ ਕਿ ਫਿਰ ਫਟਣ ਲੱਗ ਪੈਂਦੇ ਆ। ਤੇ ਉਹ ਫਟਨੇ ਆ ਨਾ ਜਦੋਂ, ਫਿਰ ਮੂੰਹ ਦੇ ਵਿੱਚੋਂ ਜੋ ਬੋਲ ਨਿਕਲਦੇ ਨੇ ਨਾ, ਉਹ ਆਪਾਂ ਦੂਜਿਆਂ ਨੂੰ, ਆਪਾਂ ਰਿਸਪੈਕਟ ਕਰਨਾ ਦੂਜਿਆਂ ਦੀ ਭੁੱਲ ਜਾਂਦੇ ਆ ਕਿ ਬਸ ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ, ਮੇਰੇ ਨਾਲੋਂ ਵੱਧ ਕੋਈ ਸਿਆਣਾ ਨਹੀਂ ਹੈਗਾ, ਤੇ ਆਪਾਂ ਦੂਜਿਆਂ ਦੀ ਕਦਰ ਨਹੀਂ ਕਰਦੇ, ਆਪਾਂ ਇੰਨੇ ਸਵਾਰਥੀ ਬਣ ਜਾਂਦੇ ਆ, ਕਿਉਂਕਿ ਹੁਣ ਆਪਾਂ ਉਸ ਮੈਂ ਦੇ ਨਾਲ, ਉਹ ਗੁਬਾਰੇ ਦੀ ਤਰ੍ਹਾਂ ਆਪਾਂ ਹੁਣ ਫਟ ਗਏ, ਕਿਉਂਕਿ ਮੈਂ ਬਹੁਤ ਜ਼ਿਆਦਾ ਹੋ ਗਈ। ਤੇ ਆਤਮਿਕ ਤੌਰ ਤੇ ਆਪਾਂ ਅੰਦਰੋਂ ਬਿਲਕੁਲ ਮਰ ਜਾਂਦੇ ਆ। ਆਤਮਿਕ ਤੌਰ ਤੇ ਆਪਾਂ ਅੰਦਰੋਂ ਬਿਲਕੁਲ ਹੀ ਮਰ ਜਾਂਦੇ ਆ, ਕਿਉਂਕਿ ਗੁਰਬਾਣੀ ਨਾਲ ਤਾਂ ਜੁੜੇ ਹੀ ਨਹੀਂ ਸੀ। ਜੇ ਗੁਰਬਾਣੀ ਨਾਲ ਜੁੜੇ ਹੁੰਦੇ ਤਾਂ ਫੇਰ ਤਾਂ ਫੁੱਲਣਾ ਹੀ ਨਹੀਂ ਸੀ। ਤੇ ਜੇ ਗੁਰਬਾਣੀ ਨਾਲ ਨਹੀਂ ਜੁੜੇ, ਫੁੱਲ ਗਏ, ਤੇ ਆਤਮਿਕ ਤੌਰ ਤੇ ਬਿਲਕੁਲ ਖਤਮ ਹੋ ਗਏ,
ਤੇ ਉਹ ਜਿਹੜਾ ਹੰਕਾਰ ਲੈ ਕੇ ਬੈਠੇ ਆ ਨਾ ਕਿ ਮੈਂ ਇਹ ਕੀਤਾ ਸਾਰੀ ਉਮਰ, ਇਸੇ ਦੇ ਵਿੱਚ ਹੀ ਸਾਰੀ ਉਮਰ ਗਵਾਤੀ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ, ਤੇ ਗੁਰਬਾਣੀ ਵੱਲ ਗਏ ਨਹੀਂ। ਤੇ ਜਦੋਂ ਅੰਤ ਦਾ ਸਮਾਂ ਨੇੜੇ ਆਣਾ ਨਾ, ਮੌਤ ਲੱਗ ਜਾਣੀ। ਮੌਤ ਸੱਚ ਹੈ, ਉਹ ਸਾਰਿਆਂ ਨੂੰ ਹੀ ਆਣੀ ਹੈ ਨਾ, ਉਹਦੇ ਤੋਂ ਡਰਨ ਦੀ ਤਾਂ ਫਾਇਦਾ ਕੋਈ ਨਹੀਂ। ਸੋ ਹੁਣ ਜਦੋਂ ਮੌਤ ਆਈ ਤੇ ਜਿਹੜੀ ਚੀਜ਼ ਤਾਂ ਸਾਰੀ ਉਮਰ ਇਕੱਠੇ ਕਰਦੇ ਪਏ ਸੀ, ਪੈਸਾ, ਹੰਕਾਰ, ਉਹ ਤਾਂ ਇੱਥੇ ਹੀ ਰਹਿ ਜਾਣਾ। ਜਿਹੜੀ ਚੀਜ਼ ਨਾਲ ਜਾਣੀ ਸੀ ਉਹ ਤਾਂ ਕਮਾਈ ਹੀ ਨਹੀਂ ਸਾਰੀ ਉਮਰ, ਨਾਮ ਦਾ ਧਨ ਤਾਂ ਕਮਾਇਆ ਹੀ ਨਹੀਂ, ਗੁਰਬਾਣੀ ਵੱਲ ਤਾਂ ਆਏ ਨਹੀਂ। ਸੋ ਜਦੋਂ ਗਏ ਖਾਲੀ ਹੱਥੀ ਚਲੇ ਗਏ। ਹੋਂ ਹੋਂ ਕਰਤੀ ਸਭ ਮੁਈ, ਹੋਂ ਹੋਂ ਕਰਦੀ ਮੈਂ ਕਰਦੇ ਸਾਰੇ ਮਰ ਗਏ, ਸੰਪੋ ਕਿਸੇ ਨਾਲ ਤਾਂ ਕਿਸੇ ਦੇ ਵੀ ਨਹੀਂ ਸੀ ਜਾਣੀ, ਪਰ ਆਪਾਂ ਉਹਦੇ ਵਿੱਚ ਹੀ ਗਵਾਚੇ ਰਹਿ ਗਏ। ਪਰ ਜਿਨਨੇ ਇਸ ਹੰਕਾਰ ਨੂੰ ਕਾਬੂ ਦੇ ਵਿੱਚ ਕਰ ਲਿਆ ਗੁਰਬਾਣੀ ਦੇ ਰਾਹੀਂ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਹੈ ਜੀ ਸੂਰਮਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਣ ਮਾਰਿਆ। ਜਿਨਨੇ ਆਪਣੇ ਅੰਦਰੋਂ ਗੁਰਬਾਣੀ ਦੇ ਸ਼ਬਦ ਦੀ ਰਾਹੀਂ, ਗੁਰਬਾਣੀ ਦੀ ਸੋਝੀ ਦੇ ਰਾਹੀਂ ਆਪਣਾ ਹੰਕਾਰ ਮਾਰ ਦਿੱਤਾ, ਉਸ ਤੇ ਕਾਬੂ ਪਾ ਲਿਆ, ਉਹ ਸੂਰਾ ਹੈ, ਉਹ ਸੂਰਮਾ ਹੈ ਅਸਲ। ਤੇ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜ ਗਏ ਤੇ ਫੇਰ ਸਾਨੂੰ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਜਿਹੜਾ ਹੰਕਾਰ ਹੈ ਉਹ ਗ੍ਰੈਟੀਟਿਊਡ ਦੇ ਵਿੱਚ ਬਦਲ ਜਾਏਗਾ। ਆਪਾਂ ਧੰਨਵਾਦੀ ਹੋਵਾਂਗੇ। ਜਿੱਦਾਂ ਆਪਾਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਜੇ ਡਿਗਰੀ ਖਤਮ ਕੀਤੀ ਹੈ ਨਾ, ਜਦੋਂ ਗੁਰਬਾਣੀ ਦੀ ਸਮਝ ਹੋਏਗੀ ਤੇ ਆਪਾਂ ਇਹ ਕਵਾਂਗੇ ਕਿ ਇਹ ਡਿਗਰੀ ਮੈਂ ਨਹੀਂ ਕੀਤੀ, ਇਹ ਗੁਰੂ ਸਾਹਿਬ ਨੇ ਕਰਵਾਤੀ ਤੇ ਮੈਂ ਕਰ ਲਈ। ਹੰਕਾਰ ਜਿਹੜਾ ਉਹ ਧੰਨਵਾਦੀ ਸੋਚ ਦੇ ਵਿੱਚ ਬਦਲ ਗਿਆ। ਤੇ ਜੇ ਗੁਰਬਾਣੀ ਦਾ ਐਸਪੈਕਟ ਵਿੱਚੋਂ ਕੱਢਤਾ ਤੇ ਇਕੱਲੀ ਡਿਗਰੀ ਰਹਿ ਗਈ, ਤੇ ਫਿਰ ਮੈਂ ਕਿ ਮੈਂ ਕੀਤਾ। ਨਾਨਕ ਨਾਮ ਲੱਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਜਿਹੜੇ ਨਾਮ ਦੇ ਨਾਲ ਜੁੜੇ ਨੇ ਨਾ, ਨਾਮ ਦੇ ਲੜ ਫੜਿਆ ਜਿਨ੍ਹਾਂ ਨੇ ਗੁਰੂ ਦਾ, ਸਿਰਫ ਉਹੀ ਇਸ ਹਉਮੈ ਦੇ ਵਿੱਚੋਂ ਦੀ ਸ਼ਬਦ ਦੀ ਰਾਹੀਂ ਉੱਭਰ ਸਕਦੇ ਨੇ, ਉੱਤੇ ਆ ਸਕਦੇ ਨੇ। ਹੁਣ ਆਪਾਂ ਗੱਲ ਕਰਨੇ ਆ ਜੀ ਚੌਥੇ ਵਿਕਾਰ ਦੀ, ਮੋਹ ਦੀ। ਮੋਹ ਜਿਹੜਾ ਹੈ ਨਾ ਜੀ, ਉਹ ਪਿਆਰ ਨਹੀਂ ਹੈਗਾ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂ, ਮੋਹ ਤੇ ਪਿਆਰ ਵੱਖਰੇ ਵੱਖਰੇ ਨੇ। ਜਿਹੜਾ ਸਾਡਾ ਪਰਿਵਾਰ ਹੈ, ਸਾਡੇ ਮਾਤਾ ਪਿਤਾ ਨੇ, ਹਸਬੈਂਡ ਵਾਈਫ, ਬੱਚੇ, ਫਰੈਂਡਸ, ਉਹਨਾਂ ਸਾਰਿਆਂ ਨਾਲ ਪਿਆਰ ਕਰਨਾ ਬਣਦਾ ਹੈ। ਸਾਡੇ ਲਾਈਫ ਦੇ ਇਟਸ ਪਾਰਟ ਆਫ ਦ ਲਾਈਫ ਨਾ, ਆਪਾਂ ਇਨਸਾਨ ਆ, ਆਪਾਂ ਦੁਨੀਆ ਦੇ ਵਿੱਚ ਰਹਿਣਾ, ਉਹਨਾਂ ਨਾਲ ਆਪਾਂ ਪਿਆਰ ਕਰ ਸਕਨੇ ਆ, ਪਰ ਉਹਨਾਂ ਨਾਲ ਮੋਹ ਨਹੀਂ ਪਾਣਾ। ਹੁਣ ਪਰਮਾਤਮਾ ਨੇ ਯਾਰ ਦੋਸਤ, ਪਰਿਵਾਰ ਵਾਲੇ ਸਾਰੇ ਜ਼ਿੰਦਗੀ ਦਾ ਹਿੱਸਾ ਬਣਾ ਕੇ ਭੇਜੇ ਨੇ, ਤੇ ਉਹਨਾਂ ਨਾਲ ਆਪਾਂ ਵਿਚਰਨਾ ਵੀ ਆ, ਉਹਨਾਂ ਨਾਲ ਰਹਿਣਾ ਵੀ ਆ, ਪਰ ਉਹਨਾਂ ਦੇ ਵਿੱਚ ਇੰਨੇ ਨਹੀਂ ਗਵਾਚ ਜਾਣਾ ਕਿ ਜਿੰਨੇ ਉਹਨਾਂ ਨੂੰ ਭੇਜਿਆ ਆਪਾਂ ਉਹਨੂੰ ਹੀ ਭੁੱਲ ਜਾਈਏ। ਹੁਣ ਉਹਨਾਂ ਨੂੰ ਭੇਜਿਆ ਕਿੰਨੇ? ਉਹਨਾਂ ਨੂੰ ਭੇਜਿਆ ਪਰਮਾਤਮਾ ਨੇ। ਆਪਾਂ ਜੋ ਮਿਲਿਆ ਉਹਦੀ ਤਾਂ ਕਦਰ ਕਰ ਲਈ, ਪਰ ਜਿੰਨੇ ਦਿੱਤਾ ਉਹਨੂੰ ਆਪਾਂ ਭੁੱਲ ਹੀ ਗਏ। ਜਿਨ ਦੀਆ ਸੋ ਚਿਤ ਨ ਆਵੈ, ਮੋਹ ਅੰਦਰ ਲਪਟਾਣਾ। ਉਹਨਾਂ ਦੇ ਮੋਹ ਦੇ ਵਿੱਚ ਫਸ ਗਏ ਤੇ ਜਿੰਨੇ ਦਿੱਤਾ ਸੀ ਉਹਨੂੰ ਆਪਾਂ ਵਿਸਾਰਤਾ। ਛੋਟੀ ਜਿਹੀ ਐਗਜ਼ਾਮਪਲ ਲੈਂਦੇ ਆ ਬੱਚੇ ਦੀ। ਜਦੋਂ ਬੱਚੇ ਦਾ ਬਰਥਡੇ ਹੋਵੇ ਨਾ ਤੇ ਉਹਨੂੰ ਕਿਸੇ ਨੇ ਗਿਫਟ ਦਿੱਤਾ, ਤੇ ਜੇ ਕਿਸੇ ਗ੍ਰੈਂਡ ਪੇਰੈਂਟ ਦਾ ਕਹਿ ਲਓ ਨਾ, ਕਿਸੇ ਗ੍ਰੈਂਡ ਪੇਰੈਂਟ ਨੇ ਉਹਨੂੰ ਗਿਫਟ ਦਿੱਤਾ, ਤੇ ਬੱਚਾ ਜਿਹੜਾ ਨਾ ਉਹ ਟੋਏ ਲੈ ਕੇ, ਜਿਹਨੂੰ ਟੋਏ ਮਿਲਿਆ, ਉਹ ਟੋਏ ਲੈ ਕੇ ਉਹ ਟੋਏ ਦੇ ਵਿੱਚ ਹੀ ਗ੍ਰਸਤ ਹੋ ਜਾਂਦਾ, ਤੇ ਉਹ ਉਹਨਾਂ ਨੂੰ ਕਈ ਵਾਰੀ ਥੈਂਕ ਯੂ ਕਹਿਣਾ ਵੀ ਭੁੱਲ ਜਾਂਦਾ। ਤੇ ਆਪਾਂ ਬੱਚੇ ਨੂੰ ਕੀ ਕਹਿੰਦੇ? ਆਪਾਂ ਕਹਿੰਦੇ ਆ ਬੱਚੇ ਜਿੰਨੇ ਦਿੱਤਾ ਉਹਦਾ ਪਹਿਲਾਂ ਥੈਂਕ ਯੂ ਕਰੋ ਨਾ, ਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਤੁਸੀਂ ਉਹਨੇ ਦਿੱਤਾ, ਤੁਸੀਂ ਆਪਣੇ ਟੋਏ ਨਾਲ ਹੀ ਖੇਡਣ ਲੱਗ ਪਏ। ਹੁਣ ਜਿਹੜੇ ਪਰਿਵਾਰ ਵਾਲੇ ਨੇ, ਯਾਰ ਦੋਸਤ ਨੇ, ਇਹ ਪਰਮਾਤਮਾ ਨੇ ਦਿੱਤੇ, ਆਪਾਂ ਇਹਨਾਂ ਨੂੰ ਲੈ ਲਿਆ, ਜਿੰਨੇ ਦਿੱਤਾ ਉਹਦਾ ਧੰਨਵਾਦ ਹੀ ਨਹੀਂ ਕੀਤਾ, ਉਹਨੂੰ ਹੀ ਭੁੱਲ ਗਏ। ਉਹਨੂੰ ਤਾਂ ਯਾਦ ਰੱਖਣਾ ਸੀ ਨਾ। ਗੁਰਬਾਣੀ ਦਾ ਫਰਮਾਨ ਹੈ, ਇਹ ਜਗ ਭਰਮ ਭੁਲਾਇਆ, ਮੋਹ ਠਗੋਲੀ ਪਾਏ। ਇਹ ਜਗ ਦੇ ਵਿੱਚ, ਦੁਨੀਆ ਦੇ ਵਿੱਚ ਆਪਾਂ ਐਸੇ ਆਏ ਕਿ ਆਪਾਂ ਜਿੰਨੇ ਭੇਜਿਆ ਉਹਨੂੰ ਭੁੱਲ ਕੇ ਆਪਾਂ ਉਹ ਚੀਜ਼ਾਂ ਦੇ ਵਿੱਚ, ਉਹ ਇਨਸਾਨਾਂ ਦੇ ਵਿੱਚ ਹੀ, ਉਹਨਾਂ ਦੇ ਮੋਹ ਦੇ ਵਿੱਚ ਹੀ ਫਸੇ ਰਹਿ ਗਏ। ਹੁਣ ਆਪਾਂ ਦੇਖੀਏ ਕਿ ਇਸ ਮੋਹ ਦੇ ਵਿੱਚ ਤੇ ਪਿਆਰ ਦੇ ਵਿੱਚ ਫਰਕ ਕੀ ਹੈ। ਮੈਂ ਕਿਹਾ ਨਾ ਕਿ ਮੋਹ ਤੇ ਪਿਆਰ ਸੇਮ ਨਹੀਂ ਹੈਗੇ, ਪਰ ਕਿੱਦਾਂ ਸੇਮ ਨਹੀਂ ਹੈਗੇ? ਸੋ ਲੈਟਸ ਹੈਵ ਅ ਲੁੱਕ। ਪਿਆਰ ਹੈ ਕਿ ਜੇ ਆਪਾਂ ਕਿਸੇ ਨੂੰ ਪਿਆਰ ਕਰਨੇ ਆ ਨਾ, ਤੇ ਜੇ ਉਹ ਗਲਤ ਕਰ ਰਿਹਾ ਤੇ ਆਪਾਂ ਉਹਨੂੰ ਕਵਾਂਗੇ ਕਿ ਤੂੰ ਗਲਤ ਕਰ ਰਿਹਾ। ਬੱਚਾ ਲੈ ਲਓ, ਤੁਹਾਡਾ ਪਾਰਟਨਰ ਲੈ ਲਓ, ਤੁਹਾਡੇ ਪੇਰੈਂਟਸ ਲੈ ਲਓ, ਭਾਵੇਂ ਵੱਡਾ ਹੈ, ਭਾਵੇਂ ਛੋਟਾ ਹੈ, ਭਾਵੇਂ ਹਾਣਦਾ ਹੈ, ਜੇ ਗਲਤ ਹੈ ਤੇ ਤੁਸੀਂ ਉਹਨੂੰ ਪਿਆਰ ਕਰਦੇ ਹੋ, ਤੇ ਤੁਸੀਂ ਕਹੋਗੇ ਕਿ ਨਹੀਂ ਤੁਸੀਂ ਇੱਥੇ ਗਲਤ ਹੋ। ਪਰ ਜੇ ਤੁਹਾਡਾ ਉਹਦੇ ਨਾਲ ਮੋਹ ਪਿਆ ਹੋਇਆ ਨਾ, ਤੇ ਤੁਸੀਂ ਉਹਦੇ ਹਰ ਗਲਤ ਨੂੰ ਕੀਤੇ ਨੂੰ ਨਾ ਇਗਨੋਰ ਕਰੋਗੇ। ਤੁਸੀਂ ਬਹਾਨੇ ਲੱਭੋਗੇ ਕਿ ਨਹੀਂ ਇਹ ਮੇਰੇ ਨਾਲ ਇਦਾਂ ਥੋੜਾ ਕਰ ਸਕਦਾ ਹੈ, ਤੇ ਤੁਸੀਂ ਉਹਦੀ ਗਲਤ ਚੀਜ਼ ਨੂੰ ਵੀ ਸਪੋਰਟ ਕਰੋਗੇ ਕਿ ਉਹਨੇ ਇਦਾਂ ਕੀਤਾ, ਉਹਨੇ ਗਲਤ ਕੀਤਾ, ਪਰ ਇਹਦੇ ਪਿੱਛੇ ਕੋਈ ਰੀਜ਼ਨ ਹੋਏਗਾ। ਤੇ ਠੀਕ ਹੈ ਯਾਰ, ਜੇ ਉਹਨੇ ਗਲਤ ਕੀਤਾ, ਮੈਂ ਕਿਉਂ ਉਹਨੂੰ ਕੁਝ ਕਹਿਣਾ, ਨਾ ਮੇਰਾ ਰਿਸ਼ਤਾ ਖਰਾਬ ਹੋਏਗਾ। ਤੇ ਤੁਸੀਂ ਆਪਣੇ ਆਪ ਨੂੰ ਇਹ ਜਸਟੀਫਿਕੇਸ਼ਨ ਦੇ ਰਹੇ ਹੋ ਕਿ ਉਹ ਇਨਸਾਨ ਮੈਨੂੰ ਪਿਆਰ ਕਰਦਾ ਤੇ ਮੈਂ ਉਹਨੂੰ ਪਿਆਰ ਕਰਨਾ,
ਤੇ ਉਹ ਇਨਸਾਨ ਮੇਰੇ ਵਾਸਤੇ ਬਿਲਕੁਲ ਸਹੀ ਹੈ, ਭਾਵੇਂ ਤੁਹਾਨੂੰ ਦਿਸ ਰਿਹਾ ਅੱਖਾਂ ਨਾਲ ਕਿ ਉਹ ਗਲਤ ਹੈ, ਪਰ ਨਹੀਂ, ਤੁਸੀਂ ਜਸਟੀਫਿਕੇਸ਼ਨਸ ਦੇਈ ਜਾਣੀਆਂ ਨੇ ਕਿ ਨਹੀਂ ਉਹ ਸਹੀ ਹੈ, ਉਹ ਸਹੀ ਹੈ, ਕਿਉਂਕਿ ਤੁਸੀਂ ਉਹਨੂੰ, ਤੁਹਾਡਾ ਉਹਦੇ ਨਾਲ ਮੋਹ ਪਿਆ, ਤੁਹਾਡਾ ਪਿਆਰ ਨਹੀਂ ਹੈਗਾ। ਤੁਸੀਂ ਇਦਾਂ ਸੋਚੋ ਕਿ ਤੁਹਾਨੂੰ ਉਹਦੀ ਆਦਤ ਹੋ ਗਈ ਹੈ। ਜੇ ਤੁਹਾਡਾ ਬੱਚਾ ਹੈ ਤੇ ਤੁਹਾਨੂੰ ਆਦਤ ਹੋ ਗਈ ਹੈ ਕਿ ਉਹ ਬੱਚਾ ਨਾ ਮੇਰੇ ਨਾਲ ਹੀ ਰਹਿਣਾ ਚਾਹੀਦਾ, ਤੇ ਉਹ ਬੱਚਾ ਮੇਰਾ ਹੀ ਬਣ ਕੇ ਰਵੇ, ਕਿਸੇ ਹੋਰ ਦਾ ਨਾ ਹੋ ਜਾਵੇ, ਸੋ ਤੁਸੀਂ ਉਹਦੀਆਂ ਗਲਤ ਚੀਜ਼ਾਂ ਨੂੰ ਵੀ ਤੁਸੀਂ ਉਹਨੂੰ ਸਪੋਰਟ ਕਰੋਗੇ। ਜੇ ਤੁਹਾਡਾ ਪਾਰਟਨਰ ਹੈ, ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਨਾ, ਤੁਸੀਂ ਕਹੋਗੇ ਜੇ ਇਹ ਮੈਂ ਨਹੀਂ, ਜੇ ਇਹਨੇ ਕੁਝ ਗਲਤ ਵੀ ਕੀਤਾ ਨਾ, ਤੈਨੂੰ ਕਹਿਣਾ ਨਹੀਂ ਗਲਤ ਹੈ, ਇਹ ਸਹੀ ਹੈ, ਕਿਉਂਕਿ ਇਹ ਗਲਤ ਕਿੱਦਾਂ ਹੋ ਸਕਦਾ ਹੈ, ਤਾਂ ਮੈਨੂੰ ਇੰਨਾ ਪਿਆਰ ਕਰਦਾ, ਜੇ ਇਹਨੇ ਮੇਰੇ ਨਾਲ ਕੁਝ ਗਲਤ ਕੀਤਾ ਨਹੀਂ ਹੈ, ਮੇਰੇ ਨਾਲ ਗਲਤ ਕਰ ਹੀ ਨਹੀਂ ਸਕਦਾ, ਇਹ ਤਾਂ ਮੈਨੂੰ ਪਿਆਰ ਕਰਦਾ। ਸੋ ਤੁਹਾਨੂੰ, ਤੁਹਾਡੀ ਆਦਤ ਬਣ ਗਈ ਹੈ ਉਹਨਾਂ ਦੇ ਨਾਲ ਰਹਿਣ ਦੀ, ਸੋ ਤੁਸੀਂ ਜਸਟੀਫਾਈ ਕਰ ਰਹੇ ਹੋ ਆਪਣੇ ਦਿਮਾਗ ਨੂੰ ਕਿ ਇਹ ਇਨਸਾਨ ਸਹੀ ਹੈ। ਪਰ ਜੇ ਤੁਸੀਂ ਗੁਰੂ ਸਾਹਿਬ ਨਾਲ ਜੁੜੇ ਹੋਵੋਗੇ ਨਾ, ਤੇ ਫਿਰ ਤੁਹਾਨੂੰ ਇੱਕ ਵੱਖਰਾ ਰੂਪ ਦਿਸੇਗਾ। ਤੇ ਜਦੋਂ ਤੁਸੀਂ ਗੁਰੂ ਨਾਲੋਂ ਟੁੱਟੇ ਹੋਏ ਹੋ, ਤੇ ਤੁਹਾਡਾ ਸਾਰਾ ਫੋਕਸ ਉਹ ਇਨਸਾਨ ਤੇ ਉਹ ਰਿਸ਼ਤਿਆਂ ਤੇ ਬਣਿਆ ਹੋਇਆ, ਤੁਸੀਂ ਉਹਨਾਂ ਦੇ ਮੋਹ ਦੇ ਵਿੱਚ ਫਸੇ ਹੋਏ ਹੋ, ਤੇ ਤੁਸੀਂ ਗੁਰੂ ਨੂੰ ਤਾਂ ਭੁੱਲੇ ਹੋਏ ਹੋ। ਹੁਣ ਆਪਾਂ ਦੇਖੀਏ ਗੁਰਬਾਣੀ ਦਾ ਕੀ ਫਰਮਾਨ ਹੈ ਜੀ। ਗੁਰਬਾਣੀ, ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਮਨਮੁਖ ਮੋਹਿ ਵਿਆਪਿਆ, ਬੈਰਾਗ ਉਦਾਸੀ ਨਾ ਹੋਏ, ਕਿ ਉਹਨਾਂ ਦੇ ਵਿੱਚ ਤੂੰ ਮੋਹ ਦੇ ਵਿੱਚ ਇੰਨਾ ਵਿਆਪਿਆ ਹੋਇਆ, ਇੰਨਾ ਗ੍ਰਸਤ ਹੋਇਆ ਹੋਇਆ, ਤੇ ਤੈਨੂੰ ਬਾਕੀ ਸਾਰਾ ਕੁਝ ਭੁੱਲਿਆ ਹੋਇਆ, ਤੇ ਤੂੰ ਭਾਵੇਂ ਉਹਨਾਂ ਪਿਆਰ, ਉਸ ਪਿਆਰ ਕਰਕੇ ਤੂੰ ਦੁਖੀ ਹੋ ਰਿਹਾ, ਕਿਉਂਕਿ ਅਗਲਾ ਤੇਰੇ ਨਾਲ ਗਲਤ ਕਰ ਰਿਹਾ, ਤੇ ਤੂੰ ਦੁਖੀ ਹੋ ਰਿਹਾ, ਪਰ ਤੂੰ ਉਹਦੇ ਮੋਹ ਦੇ ਵਿੱਚ ਪੈ ਕੇ, ਤੇ ਤੂੰ ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਗੁਰੂ ਨੂੰ ਭੁੱਲਿਆ ਹੋਇਆ, ਤੇ ਤੂੰ ਉਹਦੇ ਮੋਹ ਦੇ ਵਿੱਚ, ਉਹਦਾ ਗਲਤ ਵੀ ਤੈਨੂੰ ਸਹੀ ਲੱਗ ਰਿਹਾ। ਹੁਣ ਗੁਰਬਾਣੀ ਦਾ ਫਰਮਾਨ ਹੈ ਜੀ, ਜਾਲ ਮੂੰਹ ਕਸ ਮਸ ਕਰ, ਮਤ ਕਾਗਦ ਕਰ ਸਾਰ। ਹੁਣ ਆਪਾਂ ਕਰਨਾ ਕੀ ਹੈ, ਜਿਹੜਾ ਮੋਹ ਹੈ ਨਾ, ਇਹਨੂੰ ਸਾੜ ਕੇ ਸ਼ਾਈ ਬਣਾ ਲੈਣੀ ਹੈ, ਇੰਕ ਬਣਾ ਲੈਣੀ ਹੈ। ਆਪਣਾ ਦਿਮਾਗ ਜਿਹੜਾ, ਉਹਨੂੰ ਇੱਕ ਕੋਰਾ ਕਾਗਜ਼ ਬਣਾ ਲੈਣਾ, ਬਿਲਕੁਲ ਕੋਰਾ ਕਾਗਜ਼। ਜਿਹੜਾ ਪਰਮਾਤਮਾ ਨਾਲ ਸਾਡਾ ਪਿਆਰ ਹੈ, ਉਹਨੂੰ ਕਲਮ ਬਣਾ ਲਓ, ਪੈਨ ਪੈਨਸਿਲ ਕੁਝ ਵੀ। ਜਿਹੜੀ ਸੁਰਤ ਹੈ ਤੁਹਾਡੀ, ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ, ਤੁਹਾਡਾ ਕੌਂਸ਼ੀਅਸ ਮਾਈਂਡ ਹੈ, ਉਹਨੂੰ ਗੁਰੂ ਦੀ ਸਿੱਖਿਆ ਸਿੱਖਣ ਦੇ ਵਿੱਚ ਲਾ ਦਿਓ। ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਲਾਓ, ਗੁਰੂ ਦੀ ਸ਼ਬਦ ਨੂੰ ਸਮਝੋ, ਜੋ ਸਮਝਿਆ ਉਹਨੂੰ ਉਹ ਕੋਰਾ ਕਾਗਜ਼ ਜਿਹੜਾ ਮਨ ਬਣਾਇਆ ਸੀ ਉਹਦੇ ਉੱਤੇ ਲਿਖ ਦਿਓ। ਉਹ ਖਤਮ ਕਰਤਾ, ਉਹਨੂੰ ਸ਼ਾਈ ਬਣਾਤੀ, ਉਸੇ ਸ਼ਾਈ ਨੂੰ ਵਰਤ ਕੇ ਕਲਮ ਦੇ ਨਾਲ ਦਿਮਾਗ ਤੇ ਗੁਰੂ ਦਾ ਉਪਦੇਸ਼ ਲਿਖ ਦਿੱਤਾ। ਜਦੋਂ ਗੁਰੂ ਦਾ ਉਪਦੇਸ਼ ਲਿਖ ਦਿੱਤਾ, ਫਿਰ ਇਹ ਜਿਹੜੇ ਮੋਹ ਹੈ ਜਿਹੜਾ ਤੁਹਾਡੇ ਆਲੇ ਦੁਆਲੇ ਨੇ, ਚੀਜ਼ਾਂ, ਇਨਸਾਨ, ਰਿਸ਼ਤੇ, ਇਹ ਤੁਹਾਨੂੰ ਜਿਹੜਾ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਜੀਵਨ ਦੇ ਅਸਲੀ ਮਕਸਦ ਤੋਂ, ਉਹ ਨਹੀਂ ਕਰ ਪਾਣਗੇ, ਕਿਉਂਕਿ ਕੋਰੇ ਕਾਗਜ਼ ਤੇ ਦਿਮਾਗ ਤੇ ਲਿਖਤਾ ਕਿ ਗੁਰੂ ਦਾ ਉਪਦੇਸ਼ ਇਹ ਹੈ, ਤੇ ਤੂੰ ਗੁਰੂ ਦਾ ਉਪਦੇਸ਼ ਮੰਨਣਾ। ਜਦੋਂ ਗੁਰੂ ਦਾ ਉਪਦੇਸ਼ ਮੰਨਣ ਲੱਗੇ, ਤੇ ਫਿਰ ਜੋ ਗੁਰਬਾਣੀ ਕਹਿ ਰਹੀ ਹੈ ਉਹ ਸਮਝਾਂਗੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਤੈਨੂੰ ਇਹ ਮਨੁੱਖਾ ਜੀਵਨ ਜਿਹੜਾ ਮਿਲਿਆ ਹੈ ਨਾ, ਇਹ ਤੈਨੂੰ ਉਸ ਪਰਮਾਤਮਾ ਦਾ ਨਾਮ ਜਪਣ ਵਾਸਤੇ ਮਿਲਿਆ। ਤੇ ਇਹੀ ਇੱਕ ਮੌਕਾ ਹੈ। ਪਹਿਲਾਂ ਪਤਾ ਨਹੀਂ ਕਿੰਨੇ ਕੀੜੇ ਮਕੌੜੇ ਬਣ ਕੇ ਆਪਾਂ ਇੱਥੇ ਆਏ ਆ, ਤੇ ਜੇ ਇੱਥੇ ਆ ਕੇ ਵੀ ਉਹੀ ਕੁਛ ਕਰਦੇ ਰਹੇ, ਇਹੀ ਵਿਕਾਰਾਂ ਦੇ ਵਿੱਚ ਹੀ ਫਸੇ ਰਹੇ, ਗੁਰਬਾਣੀ ਨਾਲੋਂ ਹੀ ਟੁੱਟੇ ਰਹੇ, ਫਿਰ ਅੱਗੇ ਜਾ ਕੇ ਪਤਾ ਨਹੀਂ ਕਿੰਨੇ ਕੀੜੇ ਮਕੌੜੇ ਬਣੀ ਜਾਣਾ। ਸੋ ਇਹ ਜੀਵਨ ਜਿਹੜਾ ਮਿਲਿਆ, ਇਹ ਮਿਲਿਆ ਹੈ ਪਰਮਾਤਮਾ ਦਾ ਨਾਮ ਜਪਣ ਵਾਸਤੇ। ਜੇ ਤਾਂ ਇਹ ਪਛਾਣ ਲਿਆ ਕਿ ਮੇਰਾ ਇਹ ਹੁਕਮ ਹੈ ਕਿ ਇਹੀ ਇੱਕ ਸਮਾਂ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੀ ਇੱਕ ਸਮਾਂ ਹੈ ਮੇਰਾ ਮੇਰੇ ਗੋਬਿੰਦ ਨੂੰ ਮਿਲਣ ਦਾ। ਤੇ ਮਿਲਣਾ ਕਿੱਦਾਂ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੁਣ ਜਿਹੜਾ ਕਾਕਰੋਚ ਹੈ ਜਾਂ ਕੁੱਤਾ ਹੈ ਨਾ, ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ, ਮਨੁੱਖ ਜਪ ਸਕਦਾ, ਤੇ ਪਰ ਇਹਨੂੰ ਭੁੱਲਣਾ ਨਹੀਂ, ਇਹ ਜਪ ਸਕਦੇ ਹੋ। ਭਜੋ ਗੋਬਿੰਦ ਭੂਲ ਮਤ ਜਾਹੋ, ਭੁੱਲ ਨਾ ਜਾਇਓ ਕਿ ਤੁਸੀਂ ਨਾਮ ਜਪ ਸਕਦੇ ਹੋ। ਤੇ ਜਿਹੜੀਆਂ ਚੀਜ਼ਾਂ, ਜਿਹੜੇ ਇਨਸਾਨ ਤੁਹਾਡੇ ਆਲੇ ਦੁਆਲੇ ਨੇ, ਇਹ ਸਾਰੇ ਟੈਂਪਰੇਰੀ ਨੇ, ਕਿਸੇ ਨੇ ਵੀ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ। ਕੀ ਕਿਸੇ ਦਾ ਮਾਤਾ ਪਿਤਾ ਹਮੇਸ਼ਾ ਨਾਲ ਰਹਿੰਦੇ ਨੇ? ਕਿਸੇ ਦਾ ਹਸਬੈਂਡ ਵਾਈਫ ਨਾਲ ਰਹਿੰਦਾ, ਕਿਸੇ ਦੇ ਬੱਚੇ, ਯਾਰ ਦੋਸਤ, ਹਰ ਕਿਸੇ ਨੇ ਜਾਣਾ। ਜਿੰਨੇ ਸਵਾਸ ਮਿਲੇ ਨੇ ਸਭ ਨੇ ਪੂਰੇ ਕਰ ਕਰਕੇ ਜਾਈ ਜਾਣਾ। ਸਿਰਫ ਇੱਕ ਚੀਜ਼ ਹੈ ਜਿਹੜੀ ਹਮੇਸ਼ਾ ਰਹਿੰਦੀ ਹੈ, ਉਹ ਹੈ ਪਰਮਾਤਮਾ ਨਾਲ ਰਿਸ਼ਤਾ, ਉਸ ਗੁਰੂ ਦਾ ਸ਼ਬਦ। ਉਹ ਕਦੀ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਹੀ ਰਹਿੰਦਾ ਹੈ। ਤੇ ਇਸ ਚੀਜ਼ ਨੂੰ ਪਛਾਣਨ ਦੀ ਲੋੜ ਹੈ। ਜਦੋਂ ਇਹ ਪਛਾਣ ਲਿਆ ਕਿ ਮਕਸਦ ਜੀਵਨ ਦਾ ਨਾਮ ਜਪਣਾ ਹੈ ਨਾ, ਫਿਰ ਜਿਹੜੇ ਡਿਸਟਰੈਕਸ਼ਨਸ ਸੀ, ਗੁਰੂ ਸਾਹਿਬ ਨੇ ਭੇਜੀਆਂ ਨੇ ਡਿਸਟਰੈਕਸ਼ਨਸ ਵੀ ਨਾ, ਰਿਸ਼ਤੇ ਜਿਹੜੇ ਨੇ ਆਲੇ ਦੁਆਲੇ, ਉਹਨਾਂ ਤੇ ਫੋਕਸ ਨਹੀਂ ਹੋਏਗਾ, ਫੋਕਸ ਗੁਰਬਾਣੀ ਤੇ ਹੋਏਗਾ। ਰਿਸ਼ਤੇ ਵੀ ਨਿਭਾਵਾਂਗੇ, ਪਰ ਗੁਰੂ ਤੋਂ ਸੇਧ ਲੈ ਕੇ। ਜਦੋਂ ਗੁਰੂ ਨਾਲ ਰਿਸ਼ਤਾ ਬਣ ਗਿਆ, ਗੁਰਬਾਣੀ ਦੀ ਸਮਝ ਆਉਣ ਲੱਗ ਪਈ, ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਹੈ, ਤੇ ਇਹ ਵਿਕਾਰ ਜਿਹੜਾ ਹੈ ਮੋਹ ਦਾ, ਇਹਦੇ ਤੇ ਕਾਬੂ ਕਰਨਾ। ਏਕਾਦਸ਼ੀ
ਇੱਕ ਹਿਰਦੈ ਵਸਾਵੈ, ਹਿੰਸਾ ਮਮਤਾ ਮੋਹ ਚੁਕਾਵੈ। ਉਸ ਪਰਮਾਤਮਾ ਨੇ ਹਿਰਦੇ ਦੇ ਵਿੱਚ ਉਹ ਇੱਕ ਪਰਮਾਤਮਾ ਨੂੰ ਵਸਾ ਦੇਣਾ, ਤੇ ਜਿਹੜਾ ਮੋਹ ਹੈ, ਮਮਤਾ ਹੈ, ਉਹ ਸਾਰੀ ਉਹਨੇ ਕਾਬੂ ਦੇ ਵਿੱਚ ਕਰਕੇ ਉਧਰੋਂ ਦੀ ਖਤਮ ਕਰ ਦੇਣੀ ਆ, ਜਿਹੜਾ ਪਿਵਟ ਕਰ ਦੇਣਾ, ਸ਼ਿਫਟ ਕਰ ਦੇਣਾ ਫੋਕਸ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਨੇ ਆ ਜੀ ਅਗਲੇ ਦੀ। ਅਗਲਾ ਵਿਕਾਰ ਹੈ ਜੀ ਕਾਮ, ਲਸਟ। ਜਿਹੜਾ ਕਾਮ ਹੈ ਉਹ ਕੀ ਹੈ ਜੀ? ਕਾਮ ਹੈ ਕਿਸੇ ਦੂਜੇ ਇਨਸਾਨ ਤੇ ਆਪਣੇ ਆਪ ਨੂੰ ਫੋਰਸ ਕਰਨਾ, ਆਪਣੀਆਂ ਕਾਮੀ ਵਾਸ਼ਨਾਵਾਂ ਜਾਂ ਜ਼ਰੂਰਤਾਂ ਨੂੰ ਪੂਰੇ ਕਰਨ ਵਾਸਤੇ, ਵਿਦਆਊਟ ਕੰਸੀਡਰਿੰਗ ਕਿ ਅਗਲਾ ਕੀ ਚਾਹੁੰਦਾ ਹੈ ਤੇ ਅਗਲੇ ਦੀਆਂ ਕੀ ਨੀਡਸ ਨੇ। ਉਹ ਕੁਝ ਸਮੇਂ ਦੇ ਸਵਾਦ ਵਾਸਤੇ, ਆਪਣੇ ਕਾਮ ਦੀ ਪੂਰਤੀ ਕਰਨ ਵਾਸਤੇ ਆਪਾਂ ਜ਼ਿੰਦਗੀ ਭਰ ਦਾ ਦੁੱਖ ਤੇ ਤਕਲੀਫ ਉਠਾਉਣ ਵਾਸਤੇ ਤਿਆਰ ਹੋ ਜਾਂਦੇ, ਕਿਉਂਕਿ ਸਾਨੂੰ ਇੰਨੀ ਸੋਝੀ ਨਹੀਂ ਹੁੰਦੀ। ਉਹ ਮੋਮੈਂਟਰੀ ਪਲੇਜ਼ਰ ਵਾਸਤੇ ਸਿਰਫ। ਹੁਣ ਗੁਰਬਾਣੀ ਕਹਿੰਦੀ ਹੈ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਕਿ ਕੁਝ ਕੁ ਸਮੇਂ ਦੇ ਕਾਮ ਦੇ ਸਵਾਦ ਵਾਸਤੇ ਸਾਰੀ ਉਮਰ ਦਾ ਜਿਹੜਾ ਦੁੱਖ ਹੈ ਉਹ ਭੋਗਣਾ ਪੈਂਦਾ। ਹੁਣ ਜਿਹੜਾ ਕਾਮ ਹੈ ਨਾ, ਉਹ ਇੱਕ ਰਾਖਸ਼ਸ ਦੀ ਤਰ੍ਹਾਂ ਸਮਝੋ, ਰਾਖਸ਼ਸ ਦੀ ਤਰ੍ਹਾਂ। ਉਹ ਤੁਹਾਡਾ ਤੇ ਤੁਹਾਡੇ ਜਿਤੇ ਤੇ ਤੁਸੀਂ ਆਪਣੇ ਆਪ ਨੂੰ ਫੋਰਸ ਕਰ ਰਹੇ ਹੋ, ਉਹਦਾ ਵੀ ਜੀਵਨ ਖਰਾਬ ਕਰ ਸਕਦਾ। ਕਾਮ ਕ੍ਰੋਧ ਤਨ ਵਸਹਿ ਚੰਡਾਲ, ਇਹ ਚੰਡਾਲ ਦੀ ਤਰ੍ਹਾਂ, ਮੌਨਸਟਰ ਦੀ ਤਰ੍ਹਾਂ, ਤੇ ਉਹ ਤੁਹਾਡੇ ਨਾਲ ਨਾਲ ਦੂਜੇ ਦਾ ਵੀ ਜੀਵਨ ਖਰਾਬ ਕਰ ਦਿੰਦਾ ਹੈ, ਕਿਉਂਕਿ ਤੁਸੀਂ ਸਿਰਫ ਆਪਣੇ ਆਪ ਬਾਰੇ ਸੋਚ ਕੇ ਇੰਨੇ ਸਵਾਰਥੀ ਹੋ ਕੇ ਤੁਸੀਂ ਦੂਜੇ ਦੀ ਰਿਸਪੈਕਟ ਨਹੀਂ ਕਰਦੇ, ਤੁਸੀਂ ਦੂਜੇ ਦੀ ਪਰਵਾਹ ਨਹੀਂ ਕਰਦੇ। ਤੁਹਾਡੇ ਮਨ ਦੇ ਵਿੱਚ ਸਿਰਫ ਇੱਕ ਚੀਜ਼ ਹੈ, ਤੇ ਉਹ ਹੈ ਕਾਮ, ਤੇ ਉਹ ਕਾਮ ਦੀ ਪੂਰਤੀ ਵਾਸਤੇ ਤੁਸੀਂ ਬਾਕੀ ਸਾਰਾ ਕੁਝ ਭੁੱਲ ਜਾਂਦੇ ਹੋ, ਤੇ ਤੁਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹੋ। ਅਹਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿਤ। ਜਦੋਂ ਕਾਮ ਦੇ ਵਿੱਚ ਇੰਨਾ ਵਿਆਪਿਆ ਗਿਆ, ਇੰਨਾ ਗ੍ਰਸਤ ਹੋ ਗਿਆ ਨਾ, ਕਿ ਤੈਨੂੰ ਨਾਮ ਹੀ ਭੁੱਲ ਜਾਂਦਾ ਪਰਮਾਤਮਾ ਦਾ, ਕਿ ਆਇਆ ਤਾਂ ਤੂੰ ਜਪਣ ਨਾਮ ਸੀ। ਆਪਾਂ ਹੁਣ ਇਹ ਗੱਲ ਕੀਤੀ, ਮਾਨਸ ਜਨਮ ਕਾ ਇਹੀ ਲਾਹੋ, ਕਿ ਲਾਹਾ ਕੀ ਹੈ, ਕਿ ਨਾਮ ਜਪਣਾ ਸੀ, ਪਰ ਤੂੰ ਤਾਂ ਪੈ ਗਿਆ ਕਾਮ ਦੇ ਵਿੱਚ। ਤੇ ਜਦੋਂ ਕਾਮ ਦੇ ਵਿੱਚ ਪੈ ਗਿਆ ਤੇ ਤੂੰ ਨਾਮ ਨੂੰ ਤਾਂ ਭੁਲਾ ਹੀ ਦਿੱਤਾ। ਹੁਣ ਕਰੀਏ ਕੀ? ਗੁਰੂ ਸਾਹਿਬ ਨੇ ਪੁੱਛਣਿਆ ਨਾ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਆਪਣੇ ਹਰ ਸਵਾਸ ਦੇ ਨਾਲ, ਸਾਹ ਚੱਲ ਰਹੇ ਨੇ, ਹਰ ਸਵਾਸ ਦੇ ਨਾਲ ਜਦੋਂ ਉਸ ਪਰਮਾਤਮਾ ਦਾ ਨਾਮ ਸਿਮਰਾਂਗੇ, ਉਸ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਰੱਖਾਂਗੇ, ਤੇ ਗੁਰੂ ਦੀ ਮਿਹਰ ਦੇ ਨਾਲ ਉਹ ਕਾਮ ਜਿਹੜਾ ਨਾ ਸੰਜਮ ਦੇ ਵਿੱਚ ਬਦਲ ਜਾਏਗਾ, ਸੈਲਫ ਕੰਟਰੋਲ। ਸੁਰਤੀ ਜੇ ਕਾਮ ਆ ਵੀ ਰਿਹਾ ਨਾ ਦਿਮਾਗ ਦੇ ਵਿੱਚ, ਤੇ ਉਹ ਗੁਰੂ ਦੇ ਸ਼ਬਦ ਦੇ ਨਾਲ ਉਸ ਕਾਮ ਨੇ ਸੈਲਫ ਕੰਟਰੋਲ ਦੇ ਵਿੱਚ ਬਦਲ ਜਾਣਾ। ਕਈਆਂ ਦੇ ਮੈਸੇਜ ਆਉਣਗੇ ਨਾ ਕਿ ਕਿਸੇ ਵਾਸਤੇ ਇਨਫੈਚੁਏਸ਼ਨ ਹੋ ਰਹੀ ਹੈ, ਕਿ ਨਹੀਂ ਮੈਨੂੰ ਇਹ ਬਹੁਤ ਪਸੰਦ ਹੈ, ਉਹਨੇ ਮੇਰਾ ਦਿਲ ਤੋੜਤਾ ਅਗਲੇ ਤੇ ਚੱਲ ਗਏ, ਉਹਨੇ ਦਿਲ ਤੋੜਤਾ ਅਗਲੇ ਤੇ ਚੱਲ ਗਏ। ਇਹ ਬੇਸਿਕਲੀ ਕਾਮ ਵਾਸ਼ਨਾ ਹੈ ਨਾ, ਕਿ ਮੋਹ ਦੇ ਵਿੱਚ ਪਈ ਜਾ ਰਹੇ ਆ, ਕਾਮ ਵਾਸ਼ਨਾ ਦੇ ਵਿੱਚ ਗ੍ਰਸਤ ਹੋਈ ਜਾ ਰਹੇ ਆ, ਗੁਰਬਾਣੀ ਨੂੰ ਭੁੱਲੇ ਹੋਏ ਆ। ਜੇ ਗੁਰਬਾਣੀ ਚੇਤੇ ਹੋਵੇ, ਫਿਰ ਕਾਮ ਤੇ ਕੰਟਰੋਲ ਆਪਣੇ ਆਪ ਤੇ ਕਰਨਾ ਆ ਜਾਏਗਾ ਨਾ, ਸੈਲਫ ਕੰਟਰੋਲ ਕਰਨਾ ਆ ਜਾਏਗਾ। ਫਿਰ 1 2 3 ਭਵਰੇ ਦੀ ਤਰ੍ਹਾਂ ਇੱਧਰ ਉੱਧਰ ਨਹੀਂ ਭਟਕੀ ਜਾਵਾਂਗੇ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧਨ ਟੂਟੇ। ਇਹ ਜਿਹੜੇ ਬੰਧਨ ਨੇ ਨਾ, ਸ਼ੈਕਲਸ ਨੇ, ਜੰਜੀਰਾਂ, ਜੰਜੀਰਾਂ ਨੇ ਸਾਨੂੰ ਜਕੜਿਆ ਹੋਇਆ ਹੈ, ਕਾਮ ਕ੍ਰੋਧ ਝੂਠ ਨਿੰਦਾ ਦੀ, ਇਹ ਸਾਰੀਆਂ ਜੰਜੀਰਾਂ ਨੇ ਸਾਨੂੰ ਜਕੜਿਆ ਹੋਇਆ। ਤੇ ਜੰਜੀਰਾਂ ਟੁੱਟਦੀਆਂ ਕਿੱਦਾਂ ਨੇ? ਉਸ ਦੇ ਸਿਮਰਨ ਦੇ ਨਾਲ, ਉਸ ਗੁਰੂ ਦੇ ਸ਼ਬਦ ਦੇ ਨਾਲ। ਉਹ ਉਦਮ ਵੀ ਪਰਮਾਤਮਾ ਬਖਸ਼ਦਾ ਹੈ ਉਸ ਨੂੰ ਜਪਣ ਦਾ, ਸਿਮਰਨ ਕਰਨ ਦਾ, ਬਾਣੀ ਨੂੰ ਪੜ੍ਹਨ ਦਾ, ਪਰ ਅਰਦਾਸ ਆਪ ਕਰਨੀ ਪੈਂਦੀ। ਸੋ ਯਾਦ ਰੱਖੋ ਕਿ ਇਹ ਹੋਣਾ ਸਿਰਫ ਗੁਰੂ ਦੀ ਕਿਰਪਾ ਦੇ ਨਾਲ ਹੈ, ਆਪਣੇ ਵੱਸ ਦੀ ਗੱਲ ਨਹੀਂ ਹੈਗੀ ਕਿ ਕਰ ਸਕੀਏ। ਸੋ ਆਪਾਂ ਸਿਰਫ ਇੰਨਾ ਹੀ ਕਰ ਸਕਦੇ ਹਾਂ ਕਿ ਆਪਾਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਤੇ ਸਾਡੇ ਉੱਤੇ ਵੀ ਮਿਹਰ ਕਰੋ ਜੀ, ਸਾਡੇ ਉੱਤੇ ਮਿਹਰ ਕਰੋ, ਤੇ ਆਪਾਂ ਵੀ ਇਸ ਤੇ ਕਾਬੂ ਪਾ ਸਕੀਏ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ। ਜਦੋਂ ਗੁਰੂ ਦੀ ਕਿਰਪਾ ਹੋਈ ਤੇ ਉਹਨੇ ਕਾਮ ਕ੍ਰੋਧ ਲੋਭ ਨੂੰ ਮਾਰ ਦਿੱਤਾ। ਤੇ ਫੇਰ ਗੱਲ ਆ ਗਈ, ਸ਼ਬਦ ਰੱਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ। ਸ਼ਬਦ ਦੇ ਵਿੱਚ ਰੱਤੇ ਗਏ ਤੇ ਸਾਰੇ ਜਿਹੜੇ ਨੇ ਖਤਮ ਹੋ ਜਾਣਗੇ। ਹੁਣ ਜੀ ਇਹ ਸੀ ਵਿਕਾਰਾਂ ਦੀ ਗੱਲ। ਹੁਣ ਇੱਕ ਫਾਈਨਲ ਗੱਲ, ਕੰਕਲੂਡ ਜੇ ਆਪਾਂ ਕਰਨਾ ਹੋਵੇ ਸਾਰਿਆਂ ਨੂੰ, ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ ਗੱਲ ਕੀਤੀ ਆਪਾਂ ਕਿ ਸਰੀਰ ਮਿਲਿਆ, ਇਹਦੇ ਵਿੱਚ ਇਹ ਪੰਜ ਚੋਰ, ਕਿਉਂਕਿ ਸਾਰਾ ਕੁਝ ਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਨਾ, ਸਰੀਰ ਵੀ ਗੁਰੂ ਨੇ ਦਿੱਤਾ ਤੇ ਪੰਜ ਚੋਰ ਵੀ ਗੁਰੂ ਦੀ ਨੇ ਹੀ ਪਾਏ ਨੇ ਵਿੱਚ। ਪਰ ਗੁਰੂ ਨੇ ਸਿਰਫ ਪੰਜ ਚੋਰ ਨਹੀਂ ਪਾਏ, ਗੁਰੂ ਨੇ ਵਿੱਚ ਅੰਮ੍ਰਿਤ ਵੀ ਪਾਇਆ। ਅੰਮ੍ਰਿਤ ਵੀ ਵਿੱਚ ਹੈ, ਪੰਜ ਚੋਰ ਵੀ ਵਿੱਚ ਨੇ। ਹੁਣ ਜਿਹੜੇ ਪੰਜ ਚੋਰ ਨੇ, ਇਹਨਾਂ ਦਾ ਕੰਮ ਕੀ ਹੈ? ਗੁਰੂ ਦੀ ਨੇ ਹੀ ਪਾਏ ਨੇ ਵਿੱਚ। ਪਰ ਗੁਰੂ ਨੇ ਸਿਰਫ ਪੰਜ ਚੋਰ ਨਹੀਂ ਪਾਏ, ਗੁਰੂ ਨੇ ਵਿੱਚ ਅੰਮ੍ਰਿਤ ਵੀ ਪਾਇਆ। ਅੰਮ੍ਰਿਤ ਵੀ ਵਿੱਚ ਹੈ, ਪੰਜ ਚੋਰ ਵੀ ਵਿੱਚ ਨੇ। ਹੁਣ ਜਿਹੜੇ ਪੰਜ ਚੋਰ ਨੇ, ਇਹਨਾਂ ਦਾ ਕੰਮ ਕੀ ਹੈ?
ਕਿ ਇਹ ਅੰਮ੍ਰਿਤ ਨੂੰ ਲੁੱਟੀ ਜਾ ਰਹੇ ਨੇ, ਲੁੱਟੀ ਜਾ ਰਹੇ ਨੇ, ਲੁੱਟੀ ਜਾ ਰਹੇ ਨੇ। ਤੇ ਜੇ ਆਪਾਂ ਇਹਨਾਂ ਪੰਜ ਚੋਰਾਂ ਨੂੰ ਉਹ ਅੰਮ੍ਰਿਤ ਲੁੱਟਣ ਤੋਂ ਰੋਕਣਾ ਹੈ ਤੇ ਸਾਨੂੰ ਉਸ ਅੰਮ੍ਰਿਤ ਨੂੰ ਆਪ ਲੁੱਟਣਾ ਪਏਗਾ। ਸੋ ਜਾਂ ਆਪਾਂ ਲੁੱਟ ਲਈਏ ਤੇ ਜਾਂ ਇਹਨਾਂ ਚੋਰਾਂ ਨੇ ਲੁੱਟੀ ਜਾਣਾ। ਆਪਾਂ ਕਿੱਦਾਂ ਲੁੱਟਣਾ? ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਜਦੋਂ ਅੰਮ੍ਰਿਤ ਨੂੰ ਆਪਾਂ ਲੁੱਟਿਆ, ਗੁਰਬਾਣੀ ਨੂੰ ਪੜਿਆ, ਅੰਮ੍ਰਿਤ ਕੀ ਹੈ ਜੀ? ਅੰਮ੍ਰਿਤ ਖੂਹ ਹੈ ਨਾ, ਅੰਮ੍ਰਿਤ ਖੂਹ ਹੈ, ਅੰਦਰ ਭਰਿਆ ਪਿਆ। ਸਿਮਰਨ ਗੁਰ ਪਰਮਾਤਮਾ ਨੇ ਭੇਜਿਆ। ਜਦੋਂ ਗਰਭ ਦੇ ਵਿੱਚ ਵੀ ਸੀ ਉਦੋਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਜੀ ਰਹੇ ਸੀ, ਤਾਂ ਹੀ ਬਾਹਰ ਆਏ ਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਆਏ ਨਹੀਂ। ਪਰ ਬਾਹਰ ਆ ਕੇ ਇਹਨਾਂ ਵਿਕਾਰਾਂ ਦੇ ਵਿੱਚ ਫਸਦੇ ਗਏ। ਜਿਹੜਾ ਅੰਮ੍ਰਿਤ ਸੀ ਉਹਨੂੰ ਲੁੱਟਿਆ ਹੀ ਨਹੀਂ, ਗੁਰੂ ਦੇ ਸ਼ਬਦ ਨੂੰ ਲੁੱਟਿਆ ਹੀ ਨਹੀਂ, ਤੇ ਉਹ ਚੋਰਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਹੁਣ ਜਾਂ ਤਾਂ ਆਪ ਲੁੱਟ ਲਈਏ ਅੰਮ੍ਰਿਤ ਨੂੰ, ਤੇ ਨਹੀਂ ਤਾਂ ਚੋਰ ਤਾਂ ਆਪਣਾ ਕੰਮ ਕਰੀ ਜਾ ਰਹੇ ਨੇ। ਹੁਣ ਇਹ ਆਪਾਂ ਦੇਖਣਾ ਕਿ ਆਪਾਂ ਅੰਮ੍ਰਿਤ ਨੂੰ ਲੁੱਟਣਾ ਕਿ ਆਪਾਂ ਚੋਰਾਂ ਨੂੰ ਉਸ ਨੂੰ ਲੁੱਟਣ ਦੇਣਾ। ਇੱਕ ਟਿਪ ਸਿੰਪਲ ਜੀ, ਆਪਾਂ ਪੰਜ ਵਿਕਾਰਾਂ ਦੀ ਗੱਲ ਕੀਤੀ ਨਾ, ਪਰ ਅਸਲ ਦੇ ਵਿੱਚ ਸਮਝੋ ਤੇ ਪ੍ਰੋਬਲਮੈਟਿਕ ਸਿਰਫ ਤਿੰਨ ਨੇ: ਕਾਮ, ਲੋਭ ਤੇ ਹੰਕਾਰ। ਹੁਣ ਜਿਹੜਾ ਤੇ ਸਾਡੀ ਮਦਦ ਕਰਦਾ ਹੈ ਕਾਮ, ਲੋਭ ਤੇ ਹੰਕਾਰ ਦੀ ਪੂਰਤੀ ਵਾਸਤੇ, ਉਹਨਾਂ ਤੇ ਆਂਦਾ ਸਾਨੂੰ ਮੋਹ ਕੇ ਬੜੇ ਚੰਗੇ ਨੇ, ਮੇਰੀ ਮਦਦ ਕਰ ਰਹੇ ਨੇ, ਮੇਰੇ ਸ਼ੌਂਕ ਪੂਰੇ ਕਰ ਰਹੇ ਨੇ, ਮੇਰੀ ਕਾਮ ਵਾਸ਼ਨਾ ਪੂਰੇ ਕਰ ਰਹੇ ਨੇ, ਜਾਂ ਜੇ ਮੈਂ ਕੁਝ ਵਧੀਆ ਕੀਤਾ ਤੇ ਮੇਰੇ ਹੰਕਾਰ ਦੀ ਪੂਰਤੀ 'ਚ ਮੇਰੀ ਵਾਹ ਵਾਹ ਕਰ ਰਹੇ ਨੇ। ਤੇ ਜਿਹੜੇ ਇਹ ਚੀਜ਼ ਨਹੀਂ ਕਰਦੇ ਉਹਨਾਂ ਤੇ ਆਂਦਾ ਹੈ ਗੁੱਸਾ, ਤੇ ਉਹ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਸੋ ਉਹ ਤਿੰਨਾਂ ਵਾਸਤੇ ਹੁਣ ਜਿਹੜੇ ਕ੍ਰੋਧ ਉਹਨਾਂ ਤੇ ਆਂਦਾ ਸਾਨੂੰ, ਜਿਨ੍ਹਾਂ ਤੇ ਜਿਹੜੇ ਸਾਡੀ ਇਹ ਪੂਰਤੀ ਨਹੀਂ ਕਰਦੇ, ਤੇ ਮੋਹ ਉਹਨਾਂ ਤੇ ਆਂਦਾ ਜਿਹੜੇ ਕਰਦੇ ਨੇ। ਸੋ ਜੇ ਆਪਾਂ ਇਹਨਾਂ ਤਿੰਨਾਂ ਤੇ ਕਾਬੂ ਕਰ ਲਈਏ ਨਾ, ਆਪਣੀ ਕਾਮ ਤੇ, ਆਪਣੇ ਲੋਭ ਤੇ ਹੰਕਾਰ ਤੇ ਫਿਰ ਮੋਹ ਤੇ ਕ੍ਰੋਧ ਨੇ ਜਿਹੜੇ, ਇਹ ਵੀ ਪਿੱਛੇ ਨਾਲ ਹੀ ਕਾਬੂ ਦੇ ਵਿੱਚ ਆ ਜਾਣਗੇ। ਤੇ ਹੋਣਾ ਸਿਰਫ ਗੁਰੂ ਦੀ ਕਿਰਪਾ ਦੇ ਨਾਲ ਹੈ। ਜਦੋਂ ਪਰਮਾਤਮਾ ਦਾ ਨਾਮ ਸੁਰਤ ਦੇ ਵਿੱਚ ਰੱਖਾਂਗੇ ਤੇ ਇਹ ਪੰਜ ਵਿਕਾਰਾਂ ਤੇ ਆਪਾਂ ਆਪ ਕਾਬੂ ਪਾ ਲਵਾਂਗੇ ਗੁਰੂ ਦੇ ਸ਼ਬਦ ਦੇ ਰਾਹੀਂ। ਤੇ ਜੇ ਨਾਮ ਨਾ ਹੋਇਆ ਤੇ ਫਿਰ ਇਹ ਬੇਕਾਬੂ ਹੋ ਜਾਣਗੇ। ਤੇ ਜਦੋਂ ਇਹ ਬੇਕਾਬੂ ਹੋ ਗਏ ਤੇ ਫਿਰ ਜੀਵਨ ਜਿਹੜਾ ਉਹ ਬਹੁਤ ਔਖਾ ਹੋ ਜਾਏਗਾ, ਕਿਉਂਕਿ ਫਿਰ ਇਹਨਾਂ ਦੇ ਵਿੱਚ ਹੀ ਗ੍ਰਸਤ ਰਵਾਂਗੇ। ਸੋ ਜੀ ਹੁਣ ਮੈਂ ਚੈਟ ਦੇ ਵਿੱਚ ਸਰਵੇ ਦਾ ਲਿੰਕ ਪਾਵਾਂਗੀ, ਤੁਸੀਂ ਪਲੀਜ਼ 1 ਮਿੰਟ ਲੱਗਣਾ ਤੁਹਾਨੂੰ, ਉਹ ਸਰਵੇ ਜ਼ਰੂਰ ਕੰਪਲੀਟ ਕਰਿਓ। ਹੈਗਾ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡੌਗੀਜ਼ ਨਾਮ ਜਪਦੇ ਆਂ ਜੀ, ਪਾਠ ਵੀ ਸੁਣਦੇ। ਬਿਲਕੁਲ ਜੀ, ਹਾਂਜੀ, ਆਪਣੀ ਜ਼ੁਬਾਨ ਨਾਲ ਨਹੀਂ ਪਰ ਕੰਨ ਦਿੱਤੇ ਨੇ, ਸੁਣਦੇ ਨੇ। ਜੇ ਕੋਈ ਉਹਨਾਂ ਦੇ ਲਾਗੇ ਪੜ ਰਿਹਾ, ਜੇ ਕੋਈ ਪੜ ਹੀ ਨਹੀਂ ਰਿਹਾ, ਗੁਰਬਾਣੀ ਪੜ ਹੀ ਨਹੀਂ ਰਿਹਾ, ਫਿਰ ਤਾਂ ਉਹ ਕਿੱਥੋਂ ਸੁਣਨਗੇ ਜੀ? ਉਹ ਕਿਸੇ ਤੇ ਡਿਪੈਂਡੈਂਟ ਨੇ ਕਿ ਕੋਈ ਜਪੇਗਾ ਤੇ ਉਹ ਸੁਣਨਗੇ। ਆਪਣੀ ਜ਼ੁਬਾਨ ਨਾਲ ਤਾਂ ਨਹੀਂ ਨਾ ਪੜ ਸਕਦੇ, ਪਰ ਮਨੁੱਖ ਜਿਹੜਾ ਹੈ ਨਾ ਉਹ ਆਪਣੀ ਜ਼ੁਬਾਨ ਨਾਲ ਪੜ ਸਕਦਾ। ਜ਼ੁਬਾਨ ਦਿੱਤੀ ਹੈ ਪਰਮਾਤਮਾ ਨੇ ਸਾਨੂੰ, ਬੋਲਣ ਦੀ ਮੱਤ ਦਿੱਤੀ ਹੈ, ਸਮਝਣ ਦੀ। ਤੇ ਹੁਣ ਇਹ ਸਾਡੇ ਤੇ ਹੈ ਕਿ ਆਪਾਂ ਕੀ ਸਮਝਣਾ ਹੈ ਤੇ ਆਪਾਂ ਕੀ ਬੋਲਣਾ। ਜੀ ਹੋਰ ਕੋਈ ਕੁਐਸਚਨ ਚੈਟ ਦੇ ਵਿੱਚ ਨਹੀਂ ਹੈਗਾ। ਸੋ ਜੇ ਕਿਸੇ ਦਾ ਕੁਐਸਚਨ ਹੈ ਤਾਂ ਪਲੀਜ਼ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਕੁਐਸਚਨ ਪੁੱਛ ਸਕਦੇ ਹੋ। ਆਈ ਥਿੰਕ ਆਪਾਂ 2 ਮਿੰਟ ਓਵਰ ਚੱਲ ਗਏ ਆ। ਸੋ ਜੇ ਕੁਐਸਚਨਸ ਹੈਗੇ ਨੇ ਤੇ ਆਪਾਂ ਰੁਕਨੇ ਆ 5-10 ਮਿੰਟ, ਜੇ ਕਿਸੇ ਦਾ ਕੋਈ ਕੁਐਸਚਨਸ ਹੈਗੇ ਨੇ, ਤੇ ਜੇ ਨਹੀਂ ਹੈਗੇ ਤੇ ਫਿਰ ਆਪਾਂ ਸੈਸ਼ਨ ਐਂਡ ਕਰ ਦਾਂਗੇ। ਜੇ ਕੁਐਸਚਨ ਨਹੀਂ ਹੈਗਾ ਤਾਂ ਤੁਸੀਂ ਚੈਟ ਦੇ ਵਿੱਚ ਲਿਖ ਦਿਓ ਕਿ ਨਹੀਂ ਹੈਗਾ, ਜਾਂ ਯੂ ਆਰ ਗੁੱਡ ਜਾਂ ਨੋ ਕੁਐਸਚਨ। ਉਹਦੇ ਨਾਲ ਇਹ ਵੀ ਪਤਾ ਲੱਗ ਜਾਏਗਾ ਕਿ ਕੁਐਸਚਨ ਹੈਗਾ ਹੀ ਨਹੀਂ, ਤੇ ਫਿਰ ਆਪਾਂ ਬੈਠੇ ਬੈਠੇ ਵੇਟ ਕਰਕੇ ਟਾਈਮ ਨਹੀਂ ਵੇਸਟ ਕਰਾਂਗੇ ਸਾਰਿਆਂ ਦਾ, ਤੇ ਸਾਰਿਆਂ ਦੇ ਟਾਈਮ ਦੀ ਰਿਸਪੈਕਟ ਕਰਾਂਗੇ। ਇਹ ਸੈਸ਼ਨ ਆਈ ਥਿੰਕ ਕੁਝ ਹੈਗੇ ਨੇ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ ਸੀ। ਇਹ ਸੈਸ਼ਨ ਮੈਂ ਕੁਝ ਕੁ ਟਾਈਮ ਦੇ ਵਿੱਚ, ਟੇਕਸ ਅ ਕਪਲ ਆਫ ਵੀਕਸ, ਮੈਂ ਜਸਟ ਪ੍ਰਾਈਵੇਸੀ ਤੇ ਥੋੜਾ ਜਿਹਾ ਕੰਮ ਕਰਕੇ ਤੇ ਫਿਰ ਇਹ ਸੈਸ਼ਨ ਪੂਰਾ ਜਿਹੜੀ ਰਿਕਾਰਡਿੰਗ ਹੋ ਰਹੀ ਹੈ ਉਹ ਮੈਂ YouTube ਚੈਨਲ ਤੇ ਪਾ ਦਵਾਂਗੀ। ਸੋ ਤੁਸੀਂ ਉੱਥੇ ਪੂਰਾ ਸੈਸ਼ਨ ਬਾਅਦ ਵਿੱਚ ਸੁਣ ਸਕਦੇ ਹੋ। How to choose the path when having, I missed the earlier part of the meeting, could I have the notes or recording? ਹਾਂਜੀ ਜੀ, ਉਹੀ ਮੈਂ ਗੱਲ ਕੀਤੀ ਹੁਣੇ ਕਿ ਉਹ ਵੀ YouTube ਚੈਨਲ ਤੇ ਮੈਂ ਪਾ ਦਾਂਗੀ ਬਾਅਦ ਵਿੱਚ। ਤੇ ਉਹ ਫਿਰ ਜਦੋਂ YouTube ਚੈਨਲ ਤੇ ਪੋਸਟ ਕਰਦਾ ਤੇ ਮੈਂ Instagram ਦੀ ਸਟੋਰੀ ਤੇ ਪਾ ਦਾਂਗੀ ਕਿ the recording is now available, ਫਿਰ ਤੁਸੀਂ ਚੈਨਲ ਤੇ ਜਾ ਕੇ ਪੂਰੀ ਰਿਕਾਰਡਿੰਗ ਸੁਣ ਸਕਦੇ ਹੋ। ਅਗਲਾ ਕੁਐਸਚਨ ਹੈ ਜੀ, how to choose path when having 2 options with the help of Guru Sahib? ਹੁਕਮਨਾਮਾ ਲਓ ਜੀ। ਜਦੋਂ ਵੀ ਕਿਸੇ ਸਿਚੁਏਸ਼ਨ ਦੇ ਵਿੱਚ ਫਸੇ ਹੋ ਕਿ ਦੋ ਰਸਤੇ ਜਾ ਰਹੇ ਨੇ ਤੇ ਤੁਹਾਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਹੜਾ ਰਸਤਾ ਲੈਣਾ ਹੈ, ਜਵਾਬ ਗੁਰੂ ਸਾਹਿਬ ਤੋਂ ਲਓ। ਕਿੱਦਾਂ? ਕਈ ਕਹਿਣਗੇ ਕਿ ਇਹ ਕਿਹੜਾ ਦੇਹਧਾਰੀ ਗੁਰੂ ਹੈ ਜਿਹੜਾ ਬੋਲਦਾ। ਨਹੀਂ ਜੀ, ਸਾਡਾ ਗੁਰੂ ਵੀ ਬੋਲਦਾ, ਉਹ ਸ਼ਬਦ ਦੇ ਰਾਹੀਂ ਬੋਲਦਾ, ਪਰ ਉਹਦੇ ਬੋਲਣ ਵਾਸਤੇ ਸਾਨੂੰ ਸੁਣਨਾ ਪੈਂਦਾ। ਸੋ ਅਰਦਾਸ ਕਰੋ ਗੁਰੂ ਸਾਹਿਬ ਅੱਗੇ ਕਿ ਸੱਚੇ ਪਾਤਸ਼ਾਹ ਇਹ ਦੁਚਿੱਤੀ ਹੈ, ਇਹਦੇ ਵਿੱਚੋਂ ਤੁਸੀਂ ਆਪ ਕੱਢੋ, ਤੇ ਫਿਰ ਤੁਸੀਂ ਹੁਕਮਨਾਮਾ ਲਓ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੇ ਕੀਤਾ ਉੱਥੋਂ ਲਓ, ਗੁਰਦੁਆਰੇ ਜਾ ਕੇ ਲੈ ਸਕਦੇ ਹੋ। ਜੇ ਆਪ ਨਹੀਂ ਲੈਣਾ ਆਉਂਦਾ, ਕਿਸੇ ਨੂੰ ਕਹਿ ਸਕਦੇ ਹੋ ਕਿ ਹੁਕਮਨਾਮਾ ਲੈ ਦਿਓ, ਤੇ ਗੁਰਦੁਆਰੇ ਜਾ ਕੇ
ਪਾਠੀ ਸਿੰਘ ਜਾਂ ਕਿਸੇ ਤੋਂ ਵੀ। ਜੇ ਗੁਟਕਾ ਘਰੇ ਹੈਗਾ ਗੁਟਕੇ ਤੋਂ ਲੈ ਲਓ, ਜੇ ਸੈਂਚੀਆਂ ਘਰੇ ਰੱਖੀਆਂ ਨੇ ਉਹਦੇ ਤੋਂ ਲੈ ਲਓ। ਹੁਕਮਨਾਮਾ ਲੈਣ ਵਾਸਤੇ ਤੁਸੀਂ ਪ੍ਰਕਾਸ਼ ਕਰੋਗੇ, ਟੌਪ ਲੈਫਟ ਸਾਈਡ ਤੇ ਜਿਹੜਾ ਵੀ ਪਹਿਲਾ ਸ਼ਬਦ ਹੈ ਉਹ ਤੁਹਾਡਾ ਹੁਕਮ ਹੋਏਗਾ ਜੀ। ਜੇ ਸ਼ਬਦ ਪਿਛਲੇ ਅੰਗ ਤੋਂ ਸ਼ੁਰੂ ਹੋ ਰਿਹਾ ਤੁਸੀਂ ਪਿਛਲਾ ਅੰਗ ਪਰਤ ਕੇ ਜਿੱਥੋਂ ਵੀ ਉਹ ਸ਼ਬਦ ਸਟਾਰਟ ਹੋ ਰਿਹਾ ਉੱਥੋਂ ਦੀ ਉਹ ਸ਼ਬਦ ਸਟਾਰਟ ਕਰੋ, ਉਹ ਤੁਹਾਡਾ ਹੁਕਮ ਹੋਏਗਾ ਜੀ। ਸੋ ਉਹ ਹੁਕਮ ਨੂੰ ਮੰਨੋ ਤੇ ਗੁਰੂ ਸਾਹਿਬ ਤੋਂ ਰਸਤਾ ਪੁੱਛੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆ ਵੀ ਕਹਿ ਸਕਦੇ ਹਾਂ ਨਾ ਕਿ 5 ਵਿਕਾਰ ਲਈ ਗੁਰੂ ਸਾਹਿਬ ਜੀ ਨੇ 5 ਬਾਣੀ ਨਿਤਨੇਮ, ਹਾਂਜੀ ਜੀ 5 ਨਿਤਨੇਮ ਦਿੱਤੇ, 5 ਬਾਣੀਆਂ ਹੈਗੀਆਂ ਨੇ ਜੀ ਨਿਤਨੇਮ ਦੀਆਂ। ਪਰ ਜੇ ਆਪਾਂ ਨਿਤਨੇਮ ਦੀ ਗੱਲ ਕਰੀਏ ਤਾਂ 5 ਬਾਣੀਆਂ ਤਾਂ ਅੰਮ੍ਰਿਤ ਵੇਲੇ ਦੀਆਂ ਨੇ, ਫਿਰ ਰਹਿਰਸ ਵੀ ਹੈਗਾ ਸ਼ਾਮ ਨੂੰ ਸੌਣ ਤੋਂ ਪਹਿਲਾਂ ਸੋਹਲਾ। ਇਹ ਜੀ ਨਾ ਇਦਾਂ ਕਹਿ ਲਓ ਕਿ ਜਿੱਦਾਂ ਨਾ ਇੱਕ ਸਿਲੇਬਸ ਦੀ ਬੁੱਕ ਹੈ, ਠੀਕ ਹੈ ਜੀ। ਪੂਰਾ ਸਿਲੇਬਸ ਹੈ, ਗੁਰੂ ਗ੍ਰੰਥ ਸਾਹਿਬ ਜੀ ਪੂਰਾ ਸਿਲੇਬਸ ਨੇ, ਸਾਰੀ ਗੁਰਬਾਣੀ ਜਿਹੜੀ ਹੈ ਉਹੀ ਸਾਡੇ ਵਾਸਤੇ ਹੁਕਮ ਹੈ ਨਾ, ਸਾਰਾ ਹੁਕਮ ਹੈ। ਪਰ ਉਹਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਾਈਨੋਪਸਿਸ ਹੈ, ਐਬਸਟਰੈਕਟ ਕਹਿ ਲਓ, ਉਹ ਜਿਹੜੀ ਨਿਤਨੇਮ ਕਰਤਾ ਕਿ ਇਹ ਤਾਂ ਨਿਤ ਦਾ ਨੇਮ ਹੈ ਨਾ, ਇਹ ਤਾਂ ਕਰਨਾ ਹੀ ਕਰਨਾ ਹੈ। 5 ਬਾਣੀਆਂ ਪੜ੍ਹਨੀਆਂ ਨੇ, ਸਵੇਰੇ ਉੱਠ ਕੇ ਸ਼ਾਮ ਨੂੰ ਰਹਿਰਸ ਦਾ ਪਾਠ ਕਰਨਾ ਹੈ ਤੇ ਰਾਤ ਨੂੰ ਸੋਹਲੇ ਦਾ ਪਾਠ ਕਰਨਾ ਹੈ। ਇਹ ਤਾਂ ਡੇਲੀ ਕਰਨਾ ਹੈ। ਬਾਕੀ ਪੂਰਾ ਸਿਲੇਬਸ ਵੀ ਪੜ੍ਹਨਾ ਹੈ, ਉਹਦੇ ਤੋਂ ਭੱਜ ਨਹੀਂ ਸਕਦੇ ਆਪਾਂ। ਕਲਯੁਗ ਦੇ ਇਫੈਕਟ ਤੋਂ ਕਿਵੇਂ ਬਚਿਆ ਜਾ ਸਕਦਾ ਜੀ? ਜੀ ਕਲਯੁਗ ਕੀ ਹੈ? ਕਲਯੁਗ ਹੈਗਾ ਵਿਕਾਰ ਜਿਹੜੇ ਸਾਡੇ ਆਲੇ ਦੁਆਲੇ ਨੇ, ਜੋ ਕੁਝ ਹੋ ਰਿਹਾ ਦੁਨਿਆਵੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਉਹੀ ਕਲਯੁਗ ਹੈ, ਹੋਰ ਤਾਂ ਕੀ ਕਲਯੁਗ ਹੈ। ਉਹਦੇ ਤੋਂ ਬਚਣਾ ਜੀ ਗੁਰਬਾਣੀ ਤੋਂ ਬਿਨਾਂ ਨਹੀਂ ਬਚਾ ਹੋਣਾ ਹੈਗਾ। ਗੁਰਬਾਣੀ ਨੂੰ ਪੜਾਂਗੇ, ਸਿਰਫ ਪੜਨ ਨਾਲ ਕੁਝ ਨਹੀਂ ਹੋਣਾ, ਗੁਰਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਆਪਾਂ ਨਾ ਮੈਂ ਮੈਡੀਕਲ ਪ੍ਰੋਫੈਸ਼ਨ ਦੀ ਹਾਂ, ਸੋ ਮੈਂ ਮੈਡੀਕਲ ਲਈ ਰਿਲੇਟਡ ਗੱਲ ਕਰਾਂਗੀ, ਠੀਕ ਹੈ ਜੀ। ਸੋ ਜੇ ਮੈਂ ਮੈਡੀਕਲ ਸਕੂਲ ਗਈ ਹੈ ਨਾ ਤੇ ਮੈਂ ਨਰਸਿੰਗ ਸਕੂਲ ਗਈ, ਮੈਂ ਸਾਰੀਆਂ ਬੁੱਕਸ ਉੱਥੇ ਪੜ੍ਹ ਲੀਆਂ, ਮੈਂ ਸਾਰਾ ਕੁਝ ਰੱਟਾ ਮਾਰ ਲਿਆ, ਟੋਟਲੀ ਕ੍ਰੈਮ ਕਰ ਲਿਆ, ਸਾਰਾ ਕੁਝ ਕ੍ਰੈਮ ਕਰਕੇ ਐਗਜ਼ਾਮਸ ਕਲੀਅਰ ਕਰ ਲਏ। ਹੁਣ ਜਦੋਂ ਮੈਂ ਹਸਪੀਟਲ ਗਈ ਨਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕਿਸੇ ਦਾ ਇਲਾਜ ਕਿੱਦਾਂ ਕਰਨਾ, ਤੇ ਮੈਂ ਕੰਮ ਤੇ ਗਈ ਮੈਨੂੰ ਤਾਂ ਪਤਾ ਹੀ ਨਹੀਂ ਕਿ ਇਲਾਜ ਕਿਉਂ ਕਰਨਾ, ਕਿਉਂਕਿ ਮੈਂ ਤਾਂ ਸਮਝਿਆ ਹੀ ਨਹੀਂ ਸੀ ਕਿ ਉੱਥੇ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਕੀ ਸਿਖਾਇਆ, ਮੈਂ ਤਾਂ ਰੱਟਾ ਮਾਰਿਆ ਸੀ। ਸੇਮ ਥਿੰਗ ਆਪਾਂ ਗੁਰਬਾਣੀ ਨਾਲ ਕਰ ਰਹੇ ਹਾਂ, ਆਪਾਂ ਰੱਟਾ ਮਾਰ ਰਹੇ ਹਾਂ ਗੁਰਬਾਣੀ ਨੂੰ, ਪਰ ਸਾਨੂੰ ਪਤਾ ਤਾਂ ਹੈ ਹੀ ਨਹੀਂ ਕਿ ਆਪਾਂ ਗੁਰੂ ਸਾਹਿਬ ਸਾਨੂੰ ਕਹਿ ਕੀ ਰਹੇ ਨੇ। ਤੇ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ ਤੇ ਫਿਰ ਆਪਾਂ ਉਹਦਾ ਨਿਵਾਰਣ ਵੀ ਕਿੱਦਾਂ ਕਰਾਂਗੇ? ਪਹਿਲਾਂ ਸਮਝਾਂਗੇ ਤੇ ਉਹਨੂੰ ਇੰਪਲੀਮੈਂਟ ਕਰਾਂਗੇ ਨਾ ਲਾਈਫ ਦੇ ਵਿੱਚ। ਜਦੋਂ ਗੁਰਬਾਣੀ ਨੂੰ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਲੱਗ ਪਏ ਨਾ ਤੇ ਫਿਰ ਕਲਯੁਗ ਦੇ ਜਿਹੜੇ ਪ੍ਰਭਾਵ ਹੈ, ਜਿਹੜਾ ਵਿਕਾਰਾਂ ਦਾ ਪ੍ਰਭਾਵ ਹੈ, ਉਹ ਗੁਰਬਾਣੀ ਨੇ, ਗੁਰੂ ਨੇ ਖਤਮ ਕਰਨਾ, ਆਪਾਂ ਨਹੀਂ ਕਰ ਸਕਦੇ। ਗੁਰਬਾਣੀ ਦੇ ਰਾਹੀਂ ਉਹ ਖਤਮ ਹੋਣਾ ਜੀ। ਕੈਨ ਆਈ ਲਿਸਨ ਟੂ ਪਾਰਟ ਔਰ ਡੂਇੰਗ ਪਾਰਟ ਇਜ਼ ਮੋਰ ਬੈਨੀਫੀਸ਼ੀਅਲ? ਤੁਸੀਂ ਸੁਣ ਵੀ ਸਕਦੇ ਹੋ ਜੀ, ਪਰ ਸਮਝਣਾ ਜ਼ਰੂਰੀ ਹੈ। ਉਹੀ ਗੱਲ ਜਿਹੜੀ ਮੈਂ ਹੁਣੇ ਕਹੀ, ਸਿਰਫ ਸੁਣਨ ਨਾਲ ਕੁਝ ਨਹੀਂ ਹੋਣਾ। ਹਾਂ ਤੁਹਾਨੂੰ ਕੰਠ ਹੋ ਜਾਏਗੀ, ਬਹੁਤ ਵਧੀਆ ਗੱਲ ਹੈ, ਕੰਠ ਕਰਨੀ ਚਾਹੀਦੀ ਹੈ, ਪਰ ਨਾਲ ਨਾਲ ਸਮਝਣ ਦੀ ਵੀ ਕੋਸ਼ਿਸ਼ ਕਰੋ। ਕਿਉਂਕਿ ਜਦੋਂ ਤੱਕ ਸਮਝ ਨਹੀਂ ਆਏਗੀ ਤੇ ਇੰਪਲੀਮੈਂਟ ਕਿੱਦਾਂ ਕਰੋਗੇ? ਜਦੋਂ ਇੰਪਲੀਮੈਂਟ ਨਹੀਂ ਕਰਾਂਗੇ ਤੇ ਲਾਈਫ ਦੇ ਵਿੱਚ ਚੇਂਜ ਕਿੱਦਾਂ ਆਏਗਾ? ਸੋ ਸੁਣੋ, ਪੜੋ, ਦੋਨੋਂ ਠੀਕ ਨੇ ਅਕੋਰਡਿੰਗ ਟੂ ਯੋਰ ਸਿਚੁਏਸ਼ਨ, ਪਰ ਸਮਝੋ ਜ਼ਰੂਰ। ਜੇ ਆਪਾਂ ਚੰਗਾ ਕਰਦੇ ਸਭ ਦਾ, ਆਪਣੇ ਨਾਲ ਬੁਰਾ ਕਿਉਂ ਹੁੰਦਾ? ਪਿਛਲੇ ਕਰਮਾਂ ਕਰਕੇ। ਸਾਡੇ ਨਾਲ ਕੀ ਹੁੰਦਾ ਤੇ ਕਿਉਂ ਹੁੰਦਾ, ਇਹਦਾ ਜਵਾਬ ਤਾਂ ਸਿਰਫ ਗੁਰੂ ਸਾਹਿਬ ਦੇ ਸਕਦੇ ਨੇ। ਮੈਂ ਇਹ ਦੱਸ ਸਕਨੀ ਆ ਕਿ ਗੁਰੂ ਸਾਹਿਬ, ਜਿੰਨੀ ਕੁ ਗੁਰਬਾਣੀ ਮੈਨੂੰ ਸੋਝੀ ਪਈ ਹੈ, ਇਹ ਜੋ ਵੀ ਹੋ ਰਿਹਾ ਨਾ ਉਹ ਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ। ਸਾਨੂੰ ਮਾੜਾ ਲੱਗਦਾ, ਸੋ ਮੈਨੂੰ ਲੱਗਦਾ ਕਿ ਮੇਰੇ ਨਾਲ ਮਾੜਾ ਹੋ ਰਿਹਾ, ਪਰ ਉਹ ਵੀ ਮੇਰੇ ਵਾਸਤੇ ਚੰਗਾ ਹੈ ਕਿਉਂਕਿ ਉਹ ਮੇਰਾ ਗੁਰੂ ਕਰ ਰਿਹਾ। ਸੋ ਬੁਰਾ ਕੁਝ ਨਹੀਂ ਹੋ ਰਿਹਾ। ਜੇ ਆਪਾਂ ਕਿਸੇ ਨਾਲ ਚੰਗਾ ਕਰ ਰਹੇ ਆ ਨਾ ਤੇ ਗੁਰੂ ਦੇਖ ਰਿਹਾ, ਪਰਮਾਤਮਾ ਦੇਖ ਰਿਹਾ, ਤੇ ਉਹ ਵੀ ਜੋ ਸਾਡੇ ਨਾਲ ਕਰ ਰਿਹਾ ਉਹ ਮੇਰੀ ਮੱਤ ਦੇ ਅਨੁਸਾਰ ਮੈਨੂੰ ਬੁਰਾ ਲੱਗ ਸਕਦਾ, ਪਰ ਉਹ ਹੈਗਾ ਮੇਰੇ ਵਾਸਤੇ ਸਹੀ ਹੈ ਕਿਉਂਕਿ ਉਹ ਗੁਰੂ ਮੇਰੇ ਨਾਲ ਵਾਸਤੇ ਗੁਰੂ ਦੇ ਹੁਕਮ ਦੇ ਵਿੱਚ ਹੈ। ਬਸ ਗੱਲ ਇਹ ਹੁੰਦੀ ਹੈ ਕਿ ਸਾਨੂੰ ਉਹਦਾ ਹੁਕਮ ਸਮਝਣਾ ਨਹੀਂ ਆਉਂਦਾ ਜਾਂ ਸਾਨੂੰ ਉਹਦੇ ਹੁਕਮ ਦੇ ਵਿੱਚ ਰਹਿਣਾ ਨਹੀਂ ਆਉਂਦਾ। ਰਹੀ ਗੱਲ ਪਿਛਲੇ ਕਰਮਾਂ ਦੀ, ਜੀ ਗੁਰਬਾਣੀ ਦੇ ਵਿੱਚ ਆਉਂਦਾ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਜੋ ਬੀਜਣੇ ਆ ਉਹੀ ਵੱਢਣਾ ਪੈਣਾ। ਪਰ ਪਿਛਲੇ ਜਨਮ, ਪਿਛਲੇ ਕਰਮਾਂ ਦੀ ਕਿਹੜੇ ਪਿਛਲੇ ਕਰਮਾਂ ਦੀ ਗੱਲ ਕਰ ਰਹੇ? ਸਾਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਪਿਛਲੇ ਕਰਮ ਕੀ ਸੀਗੇ, ਪਿਛਲੀ ਲਾਈਫ ਕੀ ਸੀ। ਹਾਂ, ਇਸ ਜੀਵਨ ਦੇ ਵਿੱਚ ਵਰਤਮਾਨ ਵਿੱਚ ਵਰਤਦਾ, ਗੁਰਬਾਣੀ ਦਾ ਫਰਮਾਨ ਹੈ ਵਰਤਮਾਨ ਵਿੱਚ ਵਰਤਦਾ ਹੋਵਨਹਾਰ, ਸੌਰੀ ਮੇਰੇ ਦਿਮਾਗ ਚੋਂ ਨਿਕਲ ਗਈ, ਪਰ ਵਰਤਮਾਨ ਵਿੱਚ ਵਰਤਦਾ, ਗਲਤ ਨਹੀਂ ਪੜਾਂਗੀ ਗੁਰਬਾਣੀ ਨੂੰ। ਵਰਤਮਾਨ ਮਤਲਬ ਪ੍ਰੈਜ਼ੈਂਟ। ਅੱਜ ਤੁਸੀਂ ਫੋਕਸ ਇਹ ਰੱਖੋ ਕਿ ਤੁਸੀਂ ਅੱਜ ਕੀ ਕਰ ਰਹੇ ਹੋ। ਸੋ ਜੋ ਅੱਜ ਚੰਗੇ ਕੰਮ ਕਰ ਰਹੇ ਹੋ, ਅੱਗੇ ਜੋ ਵੀ ਹੋਏਗਾ ਉਹ ਗੁਰੂ ਦੇ ਹੁਕਮ ਦੇ ਵਿੱਚ ਹੋਏਗਾ। ਗੁਰੂ ਦੇ ਹੁਕਮ ਨੂੰ ਮੰਨੋ। ਤੁਹਾਨੂੰ ਬੁਰਾ ਲੱਗ ਸਕਦਾ ਹੈ ਪਰ ਗੁਰੂ ਕਦੀ ਬੁਰਾ ਨਹੀਂ ਕਰਦਾ ਕਿਸੇ ਨਾਲ ਵੀ। ਗੁਰਬਾਣੀ ਪੜ੍ਹਦੇ ਟਾਈਮ ਤਾਂ ਕਲਯੁਗ ਜ਼ਿਆਦਾ ਹੁੰਦਾ ਹੈ ਜੀ। ਬਿਲਕੁਲ ਜੀ। ਪਤਾ ਮੈਂ ਇੱਕ ਐਗਜ਼ਾਮਪਲ ਦਿੰਨੀ ਆ, ਜਿਹੜਾ ਮਨ ਹੈ ਨਾ ਉਹ ਚੂਹਾ ਹੈ। ਚੂਹਾ ਨਾ ਘਰ ਦੇ ਵਿੱਚ ਆ ਜਾਵੇ ਨਾ ਤੇ ਸਾਰਿਆਂ ਨੂੰ ਭਾਜਣਾ ਪੈ ਜਾਂਦੀ ਹੈ ਨਾ, ਤੇ ਚੂਹੇ ਨੂੰ ਫੜਨ ਵਾਸਤੇ ਕੜਿੱਕੀ ਹੁੰਦੀ ਹੈ ਨਾ ਇੰਡੀਆ ਦੇ ਵਿੱਚ,
ਤੇ ਉਹ ਕੜਿੱਕੀ ਦੇ ਵਿੱਚ ਜਦੋਂ ਉਹਨੂੰ ਦੱਸੇ ਨਾ ਕਿ ਹਾਂ ਕੜਿੱਕੀ ਦੇ ਵਿੱਚ ਉਹਨੇ ਫਸਣਾ ਹੈ, ਤੇ ਜੇ ਉਹਨੂੰ ਪਤਾ ਲੱਗ ਜਾਵੇ ਨਾ ਚੂਹੇ ਨੂੰ ਕਿ ਮੈਨੂੰ ਮਾਰ ਰਿਹਾ ਜੀ, ਝਾੜੂ ਨਾਲ ਤੁਸੀਂ ਚੂਹੇ ਨੂੰ ਮਾਰਨ ਦੀ ਕੋਸ਼ਿਸ਼ ਕਰੋ ਨਾ, ਚੂਹਾ ਬੜੀ ਤੇਜ਼ ਭੱਜਦਾ, ਸਾਰੇ ਪਾਸੇ ਭੱਜਦਾ। ਮਨ ਚੂਹਾ ਹੈ। ਮਨ ਨੂੰ ਮਾਰਨਾ ਕਿੰਨੇ ਆ? ਗੁਰਬਾਣੀ ਨੇ। ਜਿੱਦਾਂ ਹੀ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਨਾ, ਮਨ ਭੱਜਦਾ ਸਾਰੇ ਪਾਸੇ। ਜਿਹੜੀਆਂ ਚੀਜ਼ਾਂ ਨਾਰਮਲ ਦਿਨ ਦੇ ਵਿੱਚ ਨਹੀਂ ਵੀ ਯਾਦ ਰਹਿੰਦੀਆਂ ਨਾ, ਉਹ ਉਦੋਂ ਯਾਦ ਆਣਗੀਆਂ ਸਾਨੂੰ, ਤੇ ਉਹ ਇਸ ਕਰਕੇ ਮਨ ਭੱਜਦਾ। ਪਰ ਜਦੋਂ ਗੁਰਬਾਣੀ ਨੂੰ ਪੜ੍ਹੀ ਜਾਵਾਂਗੇ ਆਪਾਂ, ਮਨ ਆਪਣਾ ਕੰਮ ਕਰੇਗਾ, ਉਹਦਾ ਕੰਮ ਹੈ ਭੱਜਣਾ, ਉਹਨੇ ਭੱਜਣਾ, ਉਹਦਾ ਹੁਕਮ ਹੈ। ਪਰ ਸਾਡਾ ਹੁਕਮ ਕੀ ਹੈ? ਗੁਰਬਾਣੀ ਨੂੰ ਪੜ੍ਹਨਾ। ਆਪਾਂ ਗੁਰਬਾਣੀ ਨੂੰ ਪੜ੍ਹੀ ਜਾਣਾ, ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਮਨ ਨੇ ਕਾਬੂ ਦੇ ਵਿੱਚ ਆ ਜਾਣਾ। ਹਾਊ ਟੂ ਅੰਡਰਸਟੈਂਡ ਦ ਗੁਰਬਾਣੀ ਜੀ? ਸਟੀਕ ਲੈ ਲਓ ਤੁਸੀਂ, ਲੋਕਲ ਗੁਰਦੁਆਰਾ ਸਾਹਿਬ ਤੋਂ ਜਾ ਕੇ ਤੁਸੀਂ ਜਿਹੜੀ ਵੀ ਬਾਣੀ ਸਮਝਣਾ ਚਾਹੁੰਦੇ ਹੋ, ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਚਾਹੁੰਦੇ ਹੋ ਤਾਂ ਸੈਂਚੀਆਂ ਲੈ ਲਓ, ਨਾਲ ਮੀਨਿੰਗਸ ਲਿਖੇ ਹੋਏ ਨੇ, ਤੁਸੀਂ ਉਹ ਮੀਨਿੰਗਸ ਨੂੰ ਪੜ੍ਹੋ, ਜਿਹੜਾ ਵੀ ਸ਼ਬਦ ਪੜ੍ਹ ਰਹੇ ਹੋ। ਜੇ ਨਿਤਨੇਮ ਤੋਂ ਸਟਾਰਟ ਕੀਤਾ ਹੈ ਤਾਂ ਨਿਤਨੇਮ ਦੀ ਸਟੀਕ ਮਿਲ ਜਾਂਦੀ ਹੈ। ਮੈਂ ਪਰਸਨਲੀ ਪ੍ਰੋਫੈਸਰ ਸਾਹਿਬ ਸਿੰਘ ਦੇ ਦਰਪਨ ਨੂੰ ਯੂਜ਼ ਕਰਨੀ ਆ, ਉਹਦੇ ਵਿੱਚ ਮੀਨਿੰਗਸ ਜਿਹੜੇ ਨੇ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਤੇ ਯet ਬਹੁਤ ਡੀਟੇਲਡ ਦੱਸੇ ਹੁੰਦੇ ਨੇ, ਤੇ ਤੁਸੀਂ ਉਹ ਪੜ੍ਹ ਕੇ ਉੱਥੋਂ ਮੀਨਿੰਗ ਸਮਝ ਸਕਦੇ ਹੋ। which part is effective for anxiety and overthinking? ਜੇ ਗੁਰਬਾਣੀ ਜਿਹੜੀ ਹੈ ਸਾਰੀ ਹੀ ਸਮੁੰਦਰ ਹੈ, ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ ਉਹੀ ਕੰਮ ਆਉਂਦਾ ਹੈ। ਪਰ ਜੇ ਐਂਜ਼ਾਈਟੀ ਓਵਰਥਿੰਕਿੰਗ ਦੀ ਗੱਲ ਕਰਾਂ, ਤੇ ਜਦੋਂ ਮੈਂ ਓਵਰਥਿੰਕਿੰਗ ਕਰਨੀ ਆ ਤੇ ਗੁਰਬਾਣੀ ਦਾ ਫਰਮਾਨ ਜਿਹੜਾ ਹੈ ਸੁਰਤ ਦੇ ਵਿੱਚ ਜਿਹੜਾ ਆਉਂਦਾ ਜੀ, ਉਹ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੈ। ਚਿੰਤਾ ਕਰਨ ਦੀ ਕੀ ਲੋੜ ਹੈ? ਉਸ ਪਰਮਾਤਮਾ ਨੇ ਜਿੰਨੇ ਇਸ ਦੁਨੀਆ ਦੇ ਵਿੱਚ ਭੇਜਿਆ ਹੈ, ਉਹਨੂੰ ਫਿਕਰ ਸਾਰਿਆਂ ਦਾ। ਤੇ ਮੈਂ, ਮੇਰੀ ਚਿੰਤਾ ਕਰਨ ਨਾਲ ਕੀ ਹੋ ਜਾਏਗਾ? ਮੇਰੇ ਸੋਚਣ ਨਾਲ ਕੀ ਹੋ ਜਾਏਗਾ? ਮੇਰੇ ਸੋਚਣ ਨਾਲ ਤਾਂ ਕੁਝ ਹੋਣਾ ਹੀ ਨਹੀਂ, ਹੋਣਾ ਤਾਂ ਸਭ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਤੇ ਜਦੋਂ ਹੋਣਾ ਉਸ ਦੇ ਹੁਕਮ ਦੇ ਵਿੱਚ ਹੈ, ਫਿਰ ਮੈਂ ਚਿੰਤਾ ਐਵੇਂ ਕਰਕੇ ਕਿਉਂ ਆਪਣੇ ਮਨ ਤੇ ਬੋਝ ਪਾ ਰਹੀ ਹਾਂ? ਪਾਠ ਕਰਦੇ ਰਹਿਣਾ ਰੋਣਾ ਕੋ ਆਉਂਦਾ ਜੀ? ਸੌਰੀ ਮੈਨੂੰ ਸਮਝ ਨਹੀਂ ਆਈ ਜੀ। ਪਾਠ ਕਰਦੇ ਰੋਣਾ ਕਿਉਂ ਆਉਂਦਾ ਹੈ ਜੀ? ਅੱਛਾ, ਰੋਣਾ ਕਿਉਂ ਆਉਂਦਾ ਜੀ? ਰੋਣਾ ਆਉਂਦਾ ਜੀ ਬੈਰਾਗ। ਜਿੱਦਾਂ ਜਿੱਦਾਂ ਗੁਰਬਾਣੀ ਨੂੰ ਸਮਝਦੇ ਆ ਨਾ, ਤੇ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਤੇ ਮੈਂ ਜ਼ਿੰਦਗੀ ਦੇ ਵਿੱਚ ਕੀ ਕਰ ਰਹੀ ਹਾਂ। ਕਿ ਗੁਰੂ ਸਾਹਿਬ ਤਾਂ ਮੈਨੂੰ ਕਹਿ ਰਹੇ ਨੇ ਕਿ ਤੂੰ ਲੋਭ ਨਹੀਂ ਕਰਨਾ, ਤੇ ਮੈਂ ਤਾਂ ਸਵੇਰੇ ਉੱਠ ਕੇ ਸਾਰਿਆਂ ਤੋਂ ਪਹਿਲਾਂ ਇਹ ਸੋਚਣੀ ਆ ਕਿ ਜੇ ਮੈਂ ਸ਼ਾਪਿੰਗ ਕਰਨ ਜਾਣਾ ਤੇ ਮੈਂ ਕਿਹੜਾ ਸੂਟ ਲੈਣਾ। ਰੋਣਾ ਤਾਂ ਆਉਂਦਾ ਹੈ ਆਪਣੇ ਕਰਮਾਂ ਤੇ, ਰੋਣਾ ਆਉਂਦਾ ਹੈ ਕਿ ਮੈਨੂੰ ਗੁਰੂ ਦਾ ਹੁਕਮ ਕੀ ਹੈ ਤੇ ਮੈਂ ਕਰ ਕੀ ਰਹੀ ਹਾਂ। ਜਦੋਂ ਸਮਝ ਆ ਗਈ ਨਾ ਕਿ ਗੁਰੂ ਦਾ ਹੁਕਮ ਕੀ ਹੈ ਤੇ ਕਰਨ ਵੀ ਉਹੀ ਲੱਗਦੇ ਜੋ ਗੁਰੂ ਕਹਿ ਰਿਹਾ, ਤੇ ਫਿਰ ਸੰਤੁਸ਼ਟੀ ਆ ਜਾਂਦੀ ਹੈ ਕਿ ਮੈਂ ਗੁਰੂ ਦੇ ਹੁਕਮ ਦੇ ਵਿੱਚ ਹਾਂ। ਗੁਰੂ ਆਪਣੇ ਲੜ ਲਾ ਕੇ ਰੱਖੀ ਤੇ ਆਪਣੇ ਨਾਮ ਦੇ ਨਾਲ ਜੋੜ ਕੇ ਰੱਖੀ। ਜੀ ਆਪਾਂ ਪੀਰੀਅਡ ਵਿੱਚ ਪਾਠ ਕਰ ਸਕਦੇ ਹਾਂ ਜੀ, ਬਿਲਕੁਲ ਕਰ ਸਕਦੇ ਹਾਂ ਜੀ। ਮੈਂ ਆਪਣੇ ਸਭ ਤੋਂ ਪਹਿਲੇ ਸੈਸ਼ਨ ਦੇ ਵਿੱਚ, ਜੇ ਤੁਸੀਂ ਦੇਖਣਾ ਹੋਵੇ ਵੂਮਨ ਇਨ ਸਿੱਖੀਜ਼ਮ YouTube ਚੈਨਲ ਤੇ, ਉੱਥੇ ਮੈਂ ਇੱਕ ਟੌਪਿਕ ਦੇ ਬਾਰੇ ਗੱਲ ਵੀ ਕੀਤੀ ਸੀ। ਤੁਸੀਂ ਡੀਟੇਲ ਦੇ ਵਿੱਚ ਤੁਸੀਂ ਉੱਥੇ ਵੀ ਜਾ ਸਕਦੇ ਹੋ। ਇੱਥੇ ਆਲ ਕੀਪ ਇਟ ਬਰੀਫ ਕਿ ਹਾਂਜੀ ਤੁਸੀਂ ਪੀਰੀਅਡਸ ਦੇ ਵਿੱਚ ਵੀ ਪਾਠ ਕਰ ਸਕਦੇ ਹੋ। ਜੇ ਤੁਸੀਂ ਡੀਟੇਲਡ ਆਨਸਰ ਲੈਣਾ ਤੁਸੀਂ ਪਲੀਜ਼ ਉਹ ਸੈਸ਼ਨ YouTube ਚੈਨਲ ਤੇ ਪਾਇਆ, ਤੁਸੀਂ ਉਸ ਸੈਸ਼ਨ ਦੇ ਵਿੱਚ ਜਾ ਕੇ ਉਸ ਟੌਪਿਕ ਨੂੰ ਸੁਣ ਸਕਦੇ ਹੋ। ਸਾਡੇ ਲੇਖ ਬਦਲ ਸਕਦੇ ਨੇ। ਲੇਖ ਕੀ ਨੇ ਜੀ? ਲੇਖ ਜੋ ਵੀ ਪਰਮਾਤਮਾ ਕਰ ਰਿਹਾ, ਲੇਖ ਤਾਂ ਉਹੀ ਨੇ ਨਾ। ਗੁਰੂ ਦੇ ਵਾਸਤੇ ਸਭ ਕੁਝ ਹੈਗਾ, ਗੁਰੂ ਕੁਝ ਵੀ ਕਰ ਸਕਦਾ ਹੈ। ਆਪਾਂ ਸੋਚ ਨਹੀਂ ਸਕਦੇ ਕਿ ਉਹ ਕੀ ਕਰ ਸਕਦਾ ਹੈ। ਮੈਨੂੰ ਪਤਾ ਹੀ ਨਹੀਂ ਕਿ ਮੇਰੇ ਲੇਖ ਕੀ ਨੇ, ਤੇ ਮੈਨੂੰ ਇਹ ਕਿੱਦਾਂ ਪਤਾ ਹੋਏਗਾ ਕਿ ਮੇਰੇ ਲੇਖ ਬਦਲੇ ਨੇ ਕਿ ਨਹੀਂ ਬਦਲੇ? ਇਹ ਚੀਜ਼ ਨਹੀਂ ਨਾ ਪਤਾ ਲੱਗਣੀ। ਇਸ ਕਰਕੇ ਜ਼ਰੂਰੀ ਇਹ ਨਹੀਂ ਕਿ ਮੇਰੇ ਲੇਖ ਬਦਲੇ ਨੇ ਕਿ ਨਹੀਂ, ਜ਼ਰੂਰੀ ਇਹ ਹੈ ਕਿ ਮੇਰਾ ਹੁਕਮ ਕੀ ਹੈ, ਮੈਨੂੰ ਗੁਰੂ ਨੇ ਹੁਕਮ ਕੀ ਦਿੱਤਾ ਤੇ ਮੈਂ ਉਹ ਹੁਕਮ ਨੂੰ ਮੰਨ ਰਹੀ ਹਾਂ ਕਿ ਨਹੀਂ। ਜਦੋਂ ਮੈਨੂੰ ਸਮਝ ਆ ਗਈ ਕਿ ਮੈਂ ਉਸ ਹੁਕਮ ਨੂੰ ਮੰਨ ਰਹੀ ਹਾਂ, ਤੇ ਮੈਨੂੰ ਫਿਰ ਇਹ ਪਰਵਾਹ ਹੀ ਨਹੀਂ ਹੋਏਗੀ ਕਿ ਮੇਰੇ ਲੇਖਾਂ ਦੇ ਵਿੱਚ ਕੀ ਲਿਖਿਆ ਤੇ ਕੀ ਨਹੀਂ ਲਿਖਿਆ। ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਵੱਸ ਦੇ ਵਿੱਚ ਨਹੀਂ ਨਾ ਹੈਗੀਆਂ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ, ਆਪਾਂ ਉਹਨਾਂ ਤੇ ਫੋਕਸ ਕਰਨੇ ਆ ਤੇ ਆਪਾਂ ਉਹਨਾਂ ਦੇ ਆਨਸਰ ਲੱਭਣੇ ਆ। ਜਿਹੜੀ ਚੀਜ਼ ਦਾ ਸਾਨੂੰ ਪਤਾ ਹੈ ਉਹਦੇ ਵੱਲ ਪਾਉਂਦੇ ਹੀ ਨਹੀਂ। ਸਾਨੂੰ ਪਤਾ ਹੈ ਕਿ ਗੁਰਬਾਣੀ ਹੈ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸਮਝਣਾ, ਜੋ ਗੁਰੂ ਕਹਿ ਰਿਹਾ ਉਹਨੂੰ ਮੰਨਣਾ, ਬਸ ਇੰਨੀ ਕੁ ਗੱਲ ਹੈ ਨਾ। ਆਪਾਂ ਜਾਣਾ ਇੱਧਰ ਉੱਧਰ ਹੈ ਕਿ ਮੇਰੇ ਪਿਛਲੇ ਲਾਈਫ ਦੇ ਵਿੱਚ ਕੀ ਹੋਇਆ, ਮਰਨ ਤੋਂ ਬਾਅਦ ਕੀ ਹੁੰਦਾ, ਆਪਾਂ ਅੱਗੇ ਪਿੱਛੇ ਦੀ ਸੋਚਨੇ, ਆਪਾਂ ਹੁਣ ਦੀ ਨਹੀਂ ਸੋਚਦੇ। ਫੋਕਸ ਪ੍ਰੈਜ਼ੈਂਟ ਤੇ, ਵਰਤਮਾਨ ਵਿੱਚ ਵਰਤਣਾ। ਸਟੀਕ ਹੁੰਦੀ ਹੈ ਜੀ ਡਿਕਸ਼ਨਰੀ ਕਹਿ ਲਓ। ਪਰ ਜੇ ਤੁਸੀਂ ਗੁਰਦੁਆਰੇ ਜਾ ਕੇ ਪੁੱਛਣਾ ਹੈ ਕਿ ਕੀ ਹੈ, ਤੁਸੀਂ ਸਟੀਕ ਕਹੋਗੇ ਤਾਂ ਤੁਹਾਨੂੰ ਦੱਸ ਦੇਣਗੇ। ਨਹੀਂ ਤਾਂ to be literally translated it's like a dictionary with detailed meanings। ਲੇਕਿਨ ਇਦਾਂ ਨਹੀਂ ਹੁੰਦਾ ਕਿ ਸਾਡਾ ਇੱਕ ਡਿਸੀਜਨ ਲਾਈਫ ਚੇਂਜ ਕਰ ਦਿੰਦਾ ਹੈ, ਫਿਰ ਆਪਾਂ ਆਪਣੇ ਆਪ ਨੂੰ ਕਸੂਰਵਾਰ ਕਰਦੇ ਹਾਂ ਕਿ ਸਾਡੇ ਕਰਕੇ ਹੋਇਆ, ਫਿਰ ਭਾਣਾ ਕਿਵੇਂ ਮੰਨਿਆ ਜਾਵੇ। ਗਿਲਟ ਬਹੁਤ ਵੱਡੀ ਗੱਲ ਆ। ਗਿਲਟ ਦੇ ਵਿੱਚ ਜੀਣਾ ਜਿਹੜਾ ਹੈ ਨਾ, ਉਹਦੇ ਨਾਲ ਤੁਸੀਂ ਉਸੇ ਗਲਤੀ ਦੇ ਵਿੱਚ ਫਸੇ ਰਹਿ ਜਾਂਦੇ ਹੋ। ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀ ਹੋ ਜਾਂਦੀ ਹੈ। ਗਲਤੀ ਹੋ ਗਈ ਨਾ, ਜਦੋਂ ਉਸ ਗਲਤੀ ਨੂੰ ਪਤਾ ਲੱਗ ਗਿਆ ਕਿ ਗਲਤੀ ਹੋਈ ਹੈ, ਉਸ ਗਲਤੀ ਦੀ ਮਾਫੀ ਮੰਗੋ। ਜਦੋਂ ਉਸ ਗਲਤੀ ਦੀ ਮਾਫੀ ਮੰਗ ਲਈ, ਅਗਲੇ ਨੇ ਮਾਫੀ ਦੇਤੀ, ਗੁਰੂ ਸਾਹਿਬ ਤੋਂ ਮਾਫੀ ਮੰਗ ਲਈ,
ਗੁਰੂ ਸਾਹਿਬ ਬਹੁਤ ਬਖਸ਼ਿੰਦੇ ਨੇ, ਮਾਫ ਕਰ ਦਿੰਦੇ ਨੇ, ਪਰ ਗਲਤੀ ਰਿਪੀਟ ਨਹੀਂ ਕਰਨੀ। ਉਸ ਗਲਤੀ ਦੇ ਵਿੱਚ ਜੀਣਾ ਨਹੀਂ। ਗਲਤੀ ਹੋ ਗਈ, ਮੰਨ ਲਓ ਗਲਤੀ ਹੋ ਗਈ, ਦੁਬਾਰਾ ਰਿਪੀਟ ਨਾ ਕਰੋ। ਆਪਣੇ ਆਪ ਨੂੰ ਕਸੂਰਵਾਰ ਨਾ ਸਮਝੋ। ਇਹ ਸੋਚੋ ਕਿ ਜੇ ਮੇਰੇ ਤੋਂ ਗਲਤੀ ਹੋਈ ਨਾ, ਉਹ ਇਸ ਕਰਕੇ ਹੋਈ ਕਿਉਂਕਿ ਮੈਨੂੰ ਸਮਝ ਨਹੀਂ ਸੀ ਹੈਗੀ ਕਿ ਗੁਰੂ ਦਾ ਹੁਕਮ ਕੀ ਹੈ। ਹੁਣ ਮੈਨੂੰ ਪਤਾ ਲੱਗ ਰਿਹਾ ਨਾ ਕਿ ਗੁਰੂ ਦਾ ਹੁਕਮ ਕੀ ਹੈ, ਤੇ ਹੁਣ ਮੈਂ ਗੁਰੂ ਦਾ ਹੁਕਮ ਮੰਨ ਲਵਾਂ। ਜੇ ਮੈਂ ਇੱਕ ਵਾਰੀ ਗਲਤੀ ਕਰਕੇ ਬਾਕੀ ਦਾ ਸਾਰਾ ਲਾਈਫ ਟਾਈਮ ਇਹਦੇ ਵਿੱਚ ਹੀ ਕੱਢਤਾ ਕਿ ਹਾਏ ਮੈਂ ਗਲਤੀ ਕਰਤੀ, ਮੈਂ ਗਲਤੀ ਕਰਤੀ, ਉਹੀ ਸੋਚੀ ਗਏ, ਫਿਰ ਉਹ ਤਾਂ ਗਲਤੀ ਹੋਈ ਹੋਈ, ਅੱਗੋਂ ਵੀ ਸਾਰਾ ਕੁਝ ਗਲਤੀ ਕਰੀ ਜਾ ਰਹੀ ਹਾਂ। I want to go every day, Gurudwara Sahib ji, but so much obstacles. What can I do? I want to be connected. Effort, effort. ਜਦੋਂ ਕੁਝ ਚੰਗਾ ਕਰਨਾ ਹੋਵੇ ਨਾ, ਤੇ ਰੁਕਾਵਟਾਂ ਬਹੁਤ ਹੁੰਦੀਆਂ ਨੇ, ਤੇ ਜੇ ਕੁਝ ਮਾੜਾ ਕਰਨਾ ਹੋਵੇ ਨਾ, ਰਸਤੇ ਆਪਣੇ ਆਪ ਹੀ ਬਣਦੇ ਜਾਂਦੇ ਨੇ। ਗੁਰਦੁਆਰੇ ਜਾਣਾ ਹੈ, ਮੁਸੀਬਤਾਂ ਆ ਰਹੀਆਂ ਨੇ, ਮੁਸੀਬਤਾਂ ਨੂੰ ਦਾ ਸਾਹਮਣਾ ਕਿੰਨੇ ਕਰਨਾ? ਆਪਾਂ ਹੀ ਕਰਨਾ ਨਾ, ਕਿਸੇ ਹੋਰ ਨੇ ਨਹੀਂ ਕਰਨਾ। ਜਿਹੜੀਆਂ ਆਬਸਟੈਕਲਸ ਨੇ, one by one try and remove them. ਜੇ ਕਿਸੇ ਲੈਜਿਟ ਕੋਈ ਇਦਾਂ ਦੀ ਸਿਚੁਏਸ਼ਨ ਹੈ, ਕੋਈ ਇਦਾਂ ਦੀ ਆਬਸਟੈਕਲ ਹੈ ਜਿਹੜੀ ਰਿਮੂਵ ਨਹੀਂ ਹੋ ਸਕਦੀ ਨਾ, ਕੋਈ ਵੀ ਕਾਰਨ ਹੋ ਸਕਦਾ ਕਿ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ, ਦੈਟਸ ਫਾਈਨ। ਹਰ ਰੋਜ਼ ਨਾਲ ਨਹੀਂ ਜਾ ਸਕਦੇ ਕਿਸੇ ਵੀ ਕਾਰਨ ਕਰਕੇ, ਤਾਂ ਦੈਟਸ ਓਕੇ। ਤੁਸੀਂ ਗੁਰੂ ਦੇ ਦਰਸ਼ਨ ਕਰਨੇ ਨਾ। ਗੁਰੂ ਕਿੱਥੇ ਹੈ? ਗੁਰੂ ਦਾ ਦਵਾਰ ਉਹ ਹੈ ਜਿੱਥੇ ਗੁਰੂ ਹੈ। ਤੁਸੀਂ ਗੁਰਬਾਣੀ ਦੇ ਦਰਸ਼ਨ ਕਰ ਰਹੇ ਹੋ, ਜਦੋਂ ਗੁਰਬਾਣੀ ਨੂੰ ਪੜ੍ਹ ਰਹੇ ਹੋ, ਤੁਸੀਂ ਗੁਰੂ ਦੇ ਦਰਸ਼ਨ ਕਰ ਰਹੇ ਹੋ, ਤੇ ਉਹ ਵੀ ਗੁਰੂ ਦਾ ਦਵਾਰ ਹੋ ਗਿਆ ਨਾ। ਸੋ ਇਸ ਗੱਲ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਭਰਮ ਨਹੀਂ ਰੱਖਣਾ ਕਿ ਮੈਂ ਗੁਰਦੁਆਰੇ ਜਾ ਨਹੀਂ ਸਕਦੀ। ਜਾਣਾ ਜ਼ਰੂਰੀ ਹੈ, ਜਾਓ, ਸੰਗਤ ਦੇ ਵਿੱਚ ਜਾਣਾ ਹੈ, ਆਬਸਟੈਕਲਸ ਨੂੰ ਰਿਮੂਵ ਆਪ ਕਰਨਾ ਹੈ, ਐਫਰਟ ਕਰੋ ਤੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੇਰੇ ਉੱਤੇ ਮਿਹਰ ਕਰੋ ਕਿ ਮੈਨੂੰ ਆਪਣੇ ਦਰ ਤੇ ਲੈ ਕੇ ਆਓ। ਮੈਂ ਇੰਨੇ ਜੋਗੀ ਨਹੀਂ ਕਿ ਮੈਂ ਆ ਸਕਾਂ, ਮੈਂ ਕੋਸ਼ਿਸ਼ ਕਰ ਰਹੀ ਹਾਂ, ਪਰ ਤੁਸੀਂ ਮਿਹਰ ਕਰੋ ਤੇ ਮੈਨੂੰ ਆਪਣੇ ਦਰ ਤੇ ਲੈ ਕੇ ਆਓ। ਹੋਰ ਕੋਈ ਕੁਐਸਚਨਸ ਨਹੀਂ ਹੈਗੇ ਜੀ। ਆਪਾਂ ਕਾਫੀ ਟਾਈਮ ਉੱਤੇ ਲੈ ਲਿਆ, ਸੋ ਮੈਂ ਸੈਸ਼ਨ ਇੱਥੇ ਹੀ ਐਂਡ ਕਰਨੀ ਆ ਜੀ। ਜੇ ਫਿਰ ਵੀ ਕਿਸੇ ਦਾ ਕੋਈ ਕੁਐਸਚਨ ਰਹਿ ਗਿਆ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਇੰਸਟਾਗ੍ਰਾਮ ਤੇ, ਆਪਾਂ ਉੱਥੇ ਗੱਲ ਕਰ ਸਕਦੇ ਹਾਂ। ਤੇ ਜੇ ਨਹੀਂ ਤੇ ਇੱਥੇ ਹੀ ਮੈਂ ਫਤਿਹ ਬੁਲਾਨੀ ਆ ਜੀ। ਆਈ ਰੀਅਲੀ ਹੋਪ ਕਿ ਤੁਸੀਂ ਸਾਰਿਆਂ ਨੇ ਸਰਵੇ ਕੰਪਲੀਟ ਕੀਤਾ ਹੋਵੇਗਾ, ਤੇ ਮੈਂ ਉੱਥੇ ਤੁਹਾਡੇ ਸਾਰਿਆਂ ਦੀ ਸਰਵੇ ਦੇ ਰਿਸਪੌਂਸਸ ਅਨੋਨਿਮਸ ਨੇ ਤੇ ਮੈਂ ਜ਼ਰੂਰ ਦੇਖਾਂਗੀ ਜੀ। ਸੋ ਇਤਨੀ ਵਿਚਾਰ ਕਰਦੇ ਆਂ, ਗੱਲਬਾਤ ਕਰਦੇ ਆਂ, ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਿਹਾ ਗਿਆ ਹੋਵੇ ਜਾਂ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮਾਫੀ ਦੇਣੀ ਜੀ। ਗੁਰੂ ਸਾਹਿਬ ਤੋਂ ਵੀ ਮਾਫੀ ਮੰਗਣੀ, ਆਪ ਸਭ ਤੋਂ ਵੀ ਮਾਫੀ ਮੰਗਣੀ ਹੈ ਜੀ। ਹੁਣ ਆਪਾਂ ਬੁਲਾਉਂਦੇ ਹਾਂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ। You're welcome.